ਸਤਨਾਮ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਿਲਾ ਪਹਿਲਾ। ਗਿਆਨ ਵਿਹੂਣਾ ਗਾਵੈ ਗੀਤ, ਭੁੱਖੇ ਮੁੱਲਾਂ ਘਰੇ ਮਸੀਤ। ਗਿਆਨ ਵਿਹੂਣਾ ਗਾਵੈ ਗੀਤ, ਭੁੱਖੇ ਮੁੱਲਾਂ ਘਰੇ ਮਸੀਤ। ਮਖੱਟੂ ਹੋਏ ਕੇ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ। ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕੈ ਮੂੜ ਨ ਲੱਗੀਐ ਪਾਏ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣਹਿ ਸੇ। ਮਹਿਲਾ ਪਹਿਲਾ। ਮਨਹੁ ਜੇ ਅੰਦੇ ਕੂਪ, ਕਹਿਆ ਬਿਰਦ ਨ ਜਾਣਨੀ। ਮਨ ਅੰਧੈ ਊਂਧੈ ਕਵਲ, ਦਿਸਨ ਖਰੇ ਕਰੂਪ। ਇਕ ਕਹਿ ਜਾਣੈ ਕਹਿਆ ਬੁੱਝਹਿ, ਤੇ ਨਰ ਸੁਗੜ ਸਰੂਪ। ਇਕ ਨਾ ਨਾਦ ਨਾ ਬੇਦ ਨਾ ਗੀ ਰਸ, ਰਸ ਕਸ ਨਾ ਜਾਣੰਤ। ਇਕ ਨਾ ਸੁਧ ਨਾ ਬੁੱਧ ਨਾ ਅਕਲ ਸਰ, ਅਖਰ ਕਾ ਭਿਓ ਨ ਲਹੰਤ। ਨਾਨਕ ਤੇ ਨਾਰੇ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਪੌੜੀ। ਗੁਰਮੁਖ ਸਭ ਪਵਿੱਤ ਹੈ, ਧਨ ਸੰਪੈ ਮਾਇਆ। ਹਰ ਅਰਥ ਜੋ ਖਰਚ ਦੇ, ਦੇਂਦੇ ਸੁਖ ਪਾਇਆ। ਜੋ ਹਰ ਨਾਮ ਧਿਆਇਂਦੇ, ਤਿਨ ਟੋਟ ਨ ਆਇਆ। ਗੁਰਮੁਖਾਂ ਨਦਰੀ ਆਮਦਾ, ਮਾਇਆ ਸੁਟ ਪਾਇਆ। ਨਾਨਕ ਭਗਤਾਂ ਹੋਰ ਚਿਤ ਨ ਆਵਈ, ਹਰ ਨਾਮ ਸਮਾਇਆ। ਨਾਨਕ ਭਗਤਾਂ ਹੋਰ ਚਿਤ ਨ ਆਵਈ, ਹਰ ਨਾਮ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਸਰਬ ਕਲਾ ਸਮਰੱਥ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸਰਣ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਵਡਭਾਗੀ ਗੁਰਮੁਖ ਸਤ ਸੰਗੀ ਜਨੋ, ਪਰਮ ਪਿਤਾ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਮਾਣ ਰਹੇ ਸੀ। ਗੁਰੂ ਕੀ ਪਾਵਨ ਬਾਣੀ ਦੀ ਵਿਚਾਰ ਜੋ ਹਰ ਰੋਜ਼ ਆਪ ਜੀ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਗੁਰੂ ਕੇ ਇਹ ਪਾਵਨ ਬਚਨ ਆਪ ਜੀ ਨੇ ਸਾਰੰਗ ਰਾਗ ਦੀ ਵਾਰ ਵਿੱਚੋਂ ਸਰਵਣ ਕੀਤੇ ਨੇ। ਇਹ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਹੈ। ਅੱਜ ਦੀ ਇਸ ਪਵਿੱਤਰ ਪੌੜੀ ਦੇ ਨਾਲ ਦੋ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਅੰਕਿਤ ਹਨ। ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੀ ਪਵਿੱਤਰ ਪੌੜੀ ਦੇ ਅੰਦਰ ਜੋ ਗੁਰਮੁਖਾਂ ਦੀ ਜੀਵਨ ਜੁਗਤ ਹੈ, ਉਸ ਦੇ ਪ੍ਰਸਾਏ ਸਾਨੂੰ ਸੋਝੀ ਬਖਸ਼ਿਸ਼ ਕੀਤੀ ਹੈ। ਜਦੋਂ ਅਸੀਂ ਸੰਸਾਰ 'ਚ ਨਜ਼ਰ ਮਾਰਦੇ ਹਾਂ, ਧਰਮ ਦੇ ਨਾਂ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਮਾਜ ਨਾਲੋਂ, ਦੁਨੀਆ ਨਾਲੋਂ ਟੁੱਟ ਜਾਂਦੇ ਨੇ, ਔਰ ਉਹ ਸੋਚਦੇ ਨੇ ਕਿ ਦੁਨਿਆਵੀ ਕੰਮਾਂ ਧੰਦਿਆਂ ਨੂੰ ਛੱਡਿਆਂ ਸ਼ਾਇਦ ਰੱਬ ਜ਼ਿਆਦਾ ਮਿਲੇਗਾ। ਕੋਈ ਜੰਗਲਾਂ 'ਚ ਬੈਠ ਜਾਂਦਾ ਹੈ, ਪਰਿਵਾਰ ਤੋਂ ਦੂਰ ਜਾ ਕੇ ਕੋਈ ਤੀਰਥਾਂ ਦਾ ਰਟਨ ਕਰਦਾ ਹੈ, ਕੋਈ ਸਰੀਰ ਨੂੰ ਕਸ਼ਟ ਦਿੰਦਾ ਹੈ। ਬਹੁਤੇ ਧਰਮ ਦੇ ਨਾਂ ਤੇ ਮੰਗਣਾ ਸ਼ੁਰੂ ਕਰ ਦਿੰਦੇ ਨੇ। ਲੇਕਿਨ ਇਸ ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਗਿਰਾਵਟ ਗੁਰੂ ਨਾਨਕ ਸਾਹਿਬ ਜੀ ਨੇ ਦੇਖੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਆਦਰਸ਼ਕ ਮਾਰਗ ਮਨੁੱਖਤਾ ਨੂੰ ਦਿੱਤਾ ਹੈ। ਉਹ ਹੈ ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ।
ਗੁਰੂ ਬਾਬਾ ਜੀ ਦੇ ਇਹਨਾਂ ਸਿਧਾਂਤਾਂ ਤੋਂ ਪਹਿਲਾ ਸਿਧਾਂਤ ਹੈ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਕਿਰਤ ਬਹੁਤ ਜ਼ਰੂਰੀ ਹੈ। ਪ੍ਰਮਾਤਮਾ ਕਿਰਤੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਪ੍ਰਮਾਤਮਾ ਨੂੰ ਕਰਤਾ ਪੁਰਖ ਕਿਹਾ, ਕਰਤਾਰ ਕਿਹਾ। ਜਦੋਂ ਕੋਈ ਗੁਰਸਿੱਖ ਸਤਿਗੁਰੂ ਜੀ ਦੇ ਹਜ਼ੂਰ ਆਉਂਦਾ ਸੀ, ਸਤਿਗੁਰੂ ਜੀ ਆਪਣੇ ਬਖਸ਼ਿਸ਼ ਭਰੇ ਬਚਨ ਕਰਦੇ ਸਨ, ਜਾ ਸਿੱਖਾ ਤੈਨੂੰ ਕਰਤਾਰ ਚੇਤਾਵੇ। ਕਰਤਾਰ ਦਾ ਅਰਥ ਹੈ ਕਿਰਤ ਕਰਨ ਵਾਲਾ, ਬਣਾਉਣ ਵਾਲਾ। ਜੇ ਪ੍ਰਮਾਤਮਾ ਕਰਤਾ ਹੈ, ਕਿਰਤ ਕਰਦਾ ਹੈ, ਤੇ ਮਨੁੱਖ ਨੂੰ ਵੀ ਪ੍ਰਮਾਤਮਾ ਨੇ ਕਿਰਤ ਕਰਨ ਲਈ ਇਸ ਧਰਤੀ ਤੇ ਭੇਜਿਆ। ਕਿਰਤ ਦਾ ਅਰਥ ਕੱਲਾ ਕੋਈ ਪੈਸੇ ਕਮਾਉਣ ਤੋਂ ਨਹੀਂ ਹੈ। ਕਿਰਤ ਦਾ ਅਰਥ ਹੈ ਕਿ ਉਹ ਹਰ ਕੰਮ ਜਿਹਦੇ ਨਾਲ ਅਸੀਂ ਸੰਸਾਰਿਕ ਤੌਰ ਤੇ, ਸਮਾਜਿਕ ਤੌਰ ਤੇ, ਸਰੀਰਕ ਤੌਰ ਤੇ, ਜਾਂ ਇਵੇਂ ਕਹਿ ਲਓ ਬੌਧਿਕ ਤੌਰ ਤੇ, ਇਮੋਸ਼ਨਲ ਤੌਰ ਤੇ ਉੱਚੇ ਉੱਠੀਏ, ਮਜ਼ਬੂਤ ਹੋਈਏ, ਉਹਨੂੰ ਕਿਰਤ ਕਿਹਾ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਧਰਮ ਦੀ ਦੁਨੀਆ ਦੇ ਵਿੱਚ ਭਗੌੜੇ ਬੜੇ ਨੇ। ਜਦੋਂ ਆਪਣੇ ਮੁਲਕ ਦਾ ਇਤਿਹਾਸ ਅਸੀਂ ਪੜ੍ਹਦੇ ਹਾਂ, ਇੱਥੇ ਧਰਮ ਦੇ ਨਾਂ ਤੇ ਇਹੀ ਗੱਲ ਕਹੀ ਗਈ ਜੀ ਦੁਨੀਆਦਾਰੀ ਤਾਂ ਪਾਪ ਹੈ, ਗ੍ਰਸਤ ਵਿੱਚ ਰਹਿ ਕੇ ਰੱਬ ਨੂੰ ਨਹੀਂ ਮਿਲਿਆ ਜਾ ਸਕਦਾ। ਔਰ ਵੱਡੇ ਵੱਡੇ ਜਿਹੜੇ ਸੂਝਵਾਨ ਇੰਟੈਲੀਜੈਂਟ ਲੋਕ ਸਨ, ਉਹਨਾਂ ਨੂੰ ਮੰਗਤੇ ਬਣਾ ਦਿੱਤਾ ਗਿਆ। ਜਿਸ ਮੁਲਕ ਦੇ ਸਿਆਣੇ ਸਿਆਣੇ ਲੋਕ ਸਮਾਜ ਤੋਂ ਕਿਨਾਰਾ ਕਰ ਜਾਣ, ਲੁਕ ਕੇ ਬੈਠ ਜਾਣ, ਉਹ ਮੁਲਕ ਕਿੰਨਾ ਕੁ ਮਹਾਨ ਹੋ ਸਕਦਾ ਹੈ। ਅਸੀਂ ਪੜ੍ਹਦੇ ਅਕਸਰ ਇਤਿਹਾਸ ਕੇ ਭਰਤਰੀ ਵਰਗੇ ਰਾਜੇ ਰਾਜ ਭਾਗ ਛੱਡ ਕੇ ਜੋਗੀ ਬਣ ਗਏ। ਹੋਰ ਵੀ ਬੜੇ ਬੜੇ ਸਿਆਣੇ ਲੋਕ ਸਨ। ਬਾਬਾ ਨਾਨਕ ਜੀ ਨੇ ਸਿੱਧਾਂ ਨੂੰ ਇੱਕੋ ਹੀ ਗੱਲ ਕਹੀ। ਜਦੋਂ ਸਿੱਧ ਸਤਿਗੁਰੂ ਜੀ ਨੂੰ ਪੁੱਛਦੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਅੰਕਿਤ ਕੀਤੇ, ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਸਿੱਧ ਬਾਬਾ ਨਾਨਕ ਸਾਹਿਬ ਜੀ ਨੂੰ ਕਹਿੰਦੇ ਕਿ ਨਾਨਕ ਜੀ, ਮਾਤ ਲੋਕ ਦਾ ਅਰਥ ਉਹਨਾਂ ਦਾ ਕਿ ਸਾਡੀ ਜਿਹੜੀ ਮਾਤਰ ਭੂਮੀ ਹੈ, ਭਾਰਤ ਭੂਮੀ ਹੈ, ਉੱਥੋਂ ਦਾ ਕੀ ਵਰਤਾਰਾ ਹੈ, ਇਸ ਵੇਲੇ ਕੀ ਹਾਲਾਤ ਨੇ। ਬਾਬਾ ਆਖੇ ਨਾਥ ਜੀ, ਸਤ ਚੰਦਰਮਾ ਕੂੜ ਅੰਧਾਰਾ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਸਿੱਧੋ ਸੱਚ ਦਾ ਚੰਦਰਮਾ ਤੇ ਅਲੋਪ ਹੋ ਗਿਆ, ਕੂੜ ਦਾ ਹਨੇਰਾ ਹੀ ਪਸਰਿਆ ਬੈਠਾ ਹੈ। ਤੇ ਸਿੱਧ ਕਹਿਣ ਲੱਗੇ, ਆਖਰ ਇਹ ਕੁਝ ਕਿਉਂ ਹੋਇਆ? ਤੇ ਗੁਰੂ ਸਾਹਿਬ ਜੀ ਨੇ ਕਿਹਾ, ਤੁਹਾਡੇ ਵਰਗਿਆਂ ਦੀ ਵਜ੍ਹਾ ਕਰਕੇ। ਤੁਸੀਂ ਜਿਹੜੇ ਆਪਣੇ ਆਪ ਨੂੰ ਸਿਆਣੇ ਸਮਝਦੇ ਸੀ, ਸਿੱਧ ਛੱਪ ਬੈਠੇ ਪਰਮਤੀ, ਕੌਣ ਜਗਤ ਕੋ ਪਾਰ ਉਤਾਰਾ। ਤੁਸੀਂ ਤਾਂ ਪਹਾੜਾਂ 'ਚ ਲੁਕ ਗਏ। ਹੁਣ ਲੋਕਾਂ ਨੂੰ ਰਸਤਾ ਕੌਣ ਦਰਸਾਏਗਾ? ਲੋਕਾਂ ਨੂੰ ਗਿਆਨ ਕੌਣ ਦੇਵੇਗਾ? ਜਦੋਂ ਧਰਮ ਦੇ ਨਾਂ ਤੇ ਲੋਕੀ ਲੁਕਣੇ ਸ਼ੁਰੂ ਹੋ ਜਾਣ, ਧਰਮ ਸਮਾਜ ਤੋਂ ਕਿਨਾਰਾ ਕਰਨੇ ਸ਼ੁਰੂ ਹੋ ਜਾਣ, ਉਦੋਂ ਸਮਾਜ ਜਿਹੜਾ ਉਹਦੇ ਵਿੱਚ ਗਿਰਾਵਟ ਆਉਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਸਮਾਜ ਨੂੰ ਉੱਚੀਆਂ ਉਠਾਉਣ ਦੇ ਲਈ ਸਭ ਤੋਂ ਵੱਡੀ ਗੱਲ ਕੀ ਕਿ ਕਿਰਤ ਸਭ ਤੋਂ ਜ਼ਰੂਰੀ ਹੈ। ਕਿਰਤ ਤੋਂ ਬਿਨਾਂ ਅਸੀਂ ਰੱਬ ਦੀ ਰਹਿਮਤ ਨਹੀਂ ਪ੍ਰਾਪਤ ਕਰ ਸਕਦੇ। ਸਤਿਗੁਰੂ ਸਾਹਿਬ ਜੀ ਨੇ ਜੋ ਪਹਿਲਾ ਸ਼ਲੋਕ ਹੈ, ਉੱਥੇ 3 ਤਰ੍ਹਾਂ ਦੇ ਪ੍ਰਾਣੀਆਂ ਦੀ ਜੋ ਉਸ ਵੇਲੇ ਧਾਰਮਿਕ ਆਗੂ ਸਨ, ਉਸ ਸਮੇਂ ਜਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਜਗਤ ਵਿੱਚ ਪ੍ਰਗਟ ਹੋਏ, ਇਸ ਮੁਲਕ ਵਿੱਚ ਇਸਲਾਮਿਕ ਮਤ ਸੀ ਔਰ ਉਹਨਾਂ ਦੇ ਆਗੂ ਸਨ ਜਿਨ੍ਹਾਂ ਨੂੰ ਆਪਾਂ ਕਾਜੀ ਕਹਿੰਦੇ ਆ। ਇੱਥੋਂ ਦਾ ਜਿਹੜਾ ਸਨਾਤਨ ਮਤ ਹੈ ਉਹਦਾ ਆਗੂ ਬ੍ਰਾਹਮਣ ਸੀ। ਇੱਥੋਂ ਦਾ ਇੱਕ ਹੋਰ ਬੜਾਵਾਨ ਮਤ ਸੀ ਜਿਹੜਾ ਜਿਹਨੂੰ ਆਪਾਂ ਜੋਗੀਆਂ ਦਾ ਮਤ ਕਹਿੰਦੇ ਆ, ਇਹਨਾਂ ਦੇ ਆਗੂ ਜੋਗੀ ਸਨ। ਤੇ ਗੁਰੂ ਸਾਹਿਬ ਜੀ ਨੇ ਇਸ ਸ਼ਲੋਕ ਵਿੱਚ ਵੀ ਤੇ ਹੋਰਨਾਂ ਥਾਵਾਂ ਤੇ ਵੀ, ਇੱਕ ਥਾਂ ਤੇ ਸਤਿਗੁਰੂ ਜੀ ਨੇ ਬੜੀ ਕਲੀਅਰ ਗੱਲ ਕਹੀ ਕਿ ਇਹ ਜਿਹੜੇ ਧਾਰਮਿਕ ਆਗੂ ਨੇ ਜਿਨ੍ਹਾਂ ਨੇ ਧਰਮ ਦੀ ਲੋਕਾਂ ਨੂੰ ਸੋਝੀ ਦੇਣੀ ਸੀ, ਉਹਨਾਂ ਦੇ ਹਾਲਾਤ ਤਾਂ ਇਹ ਨੇ ਕਿ ਕਾਦੀ ਕੂੜ ਬੋਲ ਮਲ ਖਾਏ। ਕਾਦੀ ਦਾ ਅਰਥ ਕਾਜੀ ਜਿਹੜਾ ਝੂਠ ਬੋਲਦਾ, ਮਲ ਦਾ ਅਰਥ ਹੁੰਦਾ ਗੰਦਗੀ। ਝੂਠ ਬੋਲ ਕੇ ਵੱਢੀ ਲੈ ਕੇ ਲੋਕਾਂ ਦੇ ਹੱਕ ਗਵਾਉਣੇ, ਇਹਨੂੰ ਗੰਦਗੀ ਕਿਹਾ ਜਾਂਦਾ। ਕੂੜ ਬੋਲ ਮੁਰਦਾਰ ਖਾਏ। ਸਤਿਗੁਰੂ ਸਾਹਿਬ ਜੀ ਕਹਿੰਦੇ ਕਾਜੀ ਜਿਹੜਾ ਹੈ ਝੂਠੇ ਨਿਆਂ ਕਰਦਾ ਹੈ, ਵੱਢੀ ਲੈ ਕੇ ਨਿਆਂ ਕਰਦਾ ਹੈ, ਇਹ ਤੇ ਮੈਲ ਹੀ ਖਾ ਰਿਹਾ ਹੈ, ਗੰਦਗੀ ਖਾ ਰਿਹਾ ਹੈ। ਬ੍ਰਾਹਮਣ ਨਹਾਵੇ ਜੀਆਂ ਕਾਏ। ਦੂਜਾ ਧਰਮ ਦਾ ਆਗੂ ਹੈ ਬ੍ਰਾਹਮਣ, ਉਹਨੇ ਤੇ ਲੋਕਾਂ ਦਾ ਖੂਨ ਹੀ ਪੀਣਾ ਸ਼ੁਰੂ ਕਰ ਦਿੱਤਾ ਹੈ। ਇੱਥੇ ਦਾਨ ਕਰ ਦਿਓ, ਇੱਥੇ ਦਾਨ ਕਰ ਦਿਓ, ਲੋਕਾਂ ਦੀ ਦਸਾਂ ਨਵਾਂ ਦੀ ਕਿਰਤ ਨੂੰ ਲੁੱਟਣੀ ਸ਼ੁਰੂ ਕਰ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਉਹ ਲੋਕਾਂ ਨੂੰ ਘਾ ਕੇ ਭਾਵ ਮਾਰ ਕੇ ਨਾ ਫੇਰ ਇਸ਼ਨਾਨ ਕਰਦਾ ਲੋਕਾਂ ਦੇ ਖੂਨ ਵਿੱਚ। ਜੋਗੀ ਜੁਗਤ ਨੇ ਜਾਣੇ ਅੰਧ। ਜਿਹੜੇ ਜੋਗੀ ਨੇ ਉਹਨਾਂ ਨੂੰ ਤੇ ਜਿਉਣ ਦੀ ਜੁਗਤ ਹੀ ਨਹੀਂ ਆਈ, ਉਹ ਤੇ ਭਗੌੜਾ ਹੀ ਹੋ ਗਏ ਸਮਾਜ ਤੋਂ। ਤੀਨੇ ਉਜਾੜੇ ਕਾ ਬੰਦ। ਇਹ ਤਿੰਨੇ ਜਿਹੜੇ ਧਾਰਮਿਕ ਆਗੂ ਸਨ, ਇਹ ਸਮਾਜ ਦੇ ਉਜਾੜੇ ਦਾ ਕਾਰਨ ਬਣ ਗਏ। ਇਸ ਸ਼ਲੋਕ ਵਿੱਚ ਵੀ ਸਤਿਗੁਰੂ ਜੀ ਨੇ ਤਿੰਨਾਂ ਚਵਾਂ ਦਾ ਜ਼ਿਕਰ ਕੀਤਾ ਹੈ। ਗੁਰੂ ਰਾਮਦਾਸ ਜੀ ਨੇ ਗੁਰਮੁਖਾਂ ਦੀ ਜੋ ਜੀਵਨ ਜੁਗਤ ਉਹ ਦਰਸਾਈ ਹੈ। ਜੋ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ,
ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਾਵਨ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਆਂ, ਮਨ ਬਿਰਤੀਆਂ ਨੂੰ ਟਿਕਾਉਣ ਹਿੱਤ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਿਲਾ ਪਹਿਲਾ। ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ। ਧਰਮ ਗ੍ਰੰਥ ਜਿਹੜੇ ਨੇ ਇਹ ਮਨੁੱਖ ਨੂੰ ਗਿਆਨ ਦੇਣ ਦੇ ਲਈ ਨੇ। ਧਰਮ ਗ੍ਰੰਥ ਸਮਾਜ ਵਿੱਚੋਂ ਬੁਰਾਈਆਂ ਨੂੰ ਦੂਰ ਕਰਨ ਦੇ ਲਈ ਨੇ। ਪਰ ਆਪਾਂ ਦੇਖਦੇ ਹਾਂ ਕਿ ਧਰਮ ਦੀ ਦੁਨੀਆ 'ਚ ਇੱਕ ਖਾਸ ਸ਼੍ਰੇਣੀ ਪੈਦਾ ਹੋ ਗਈ, ਜਿਹਨੇ ਸਿਰਫ ਸੋਚਿਆ ਕਿ ਲੋਕਾਂ ਨੂੰ ਗਾ ਕੇ ਸੁਣਾਉਣਾ ਹੀ ਮੇਰਾ ਕੰਮ ਹੈ, ਉਹਦੇ ਤੇ ਅਮਲ ਕਰਨਾ ਮੇਰਾ ਕੰਮ ਨਹੀਂ ਹੈ। ਇਵੇਂ ਕਹਿ ਲੋ ਕਿ ਗਿਆਨ ਦੀਆਂ ਗੱਲਾਂ ਲੋਕਾਂ ਨੂੰ ਸੁਣਾਉਣੀਆਂ, ਪਰ ਆਪ ਗਿਆਨ ਤੋਂ ਹੀਣੇ ਰਹਿਣਾ। ਉਹ ਗੱਲਾਂ ਜਿਹੜੀਆਂ ਲੋਕਾਂ ਨੂੰ ਸੁਣਾਉਣੀਆਂ, ਆਪ ਕਰਨੀਆਂ ਹੀ ਨਾ। ਕਿਸੇ ਨੂੰ ਮੈਂ ਕਵਾਂ ਕਿ ਅੰਮ੍ਰਿਤ ਵੇਲੇ ਉੱਠਿਆ ਕਰੋ, ਆਪ ਮੈਂ ਉੱਠਾਂ ਹੀ ਨਾ। ਕਿਸੇ ਨੂੰ ਕਵਾਂ ਕਿ ਰੱਬ ਦਾ ਸਿਮਰਨ ਕਰਿਓ, ਮੈਂ ਆਪ ਕਰਾਂ ਹੀ ਨਾ। ਸਤਿਗੁਰੂ ਜੀ ਨੇ ਸਾਰੇ ਅਜਿਹੇ ਲੋਕ ਜਿਹੜੇ ਜਿਸ ਵੀ ਮਤ ਦੇ ਅੰਦਰ ਨੇ, ਧਰਮ ਦੀ ਗੱਲ ਸੁਣਾਉਂਦੇ ਨੇ, ਪਰ ਆਪ ਗਿਆਨ ਤੋਂ ਵੀ ਹੋਣੇ ਨੇ। ਆਪ ਉਹਨਾਂ ਨੂੰ ਧਰਮ ਦੀ ਸੋਝੀ ਨਹੀਂ ਹੈ। ਉਹਨਾਂ ਦੇ ਪ੍ਰਥਾਏ ਗੱਲ ਕਹੀ ਹੈ। ਖਾਸ ਕਰਕੇ ਉਸ ਵੇਲੇ ਜੋ ਧਾਰਮਿਕ ਆਗੂ ਪੰਡਿਤ ਸੀ, ਬ੍ਰਾਹਮਣ ਸੀ, ਕਹਿੰਦੇ ਗਿਆਨ ਵਿਹੂਣਾ ਗਾਵੇ ਗੀਤ। ਭਈ ਇਹ ਗਿਆਨ ਤੋਂ ਵਿਹੂਣਾ ਬੰਦਾ ਜਿਹੜਾ ਹੈ, ਆਪ ਰੱਬ ਦੇ ਗੀਤ ਗਾ ਰਿਹਾ, ਆਪ ਇਹਨੂੰ ਗਿਆਨ ਹੀ ਨਹੀਂ ਹੈ। ਗੁਰੂ ਰਾਮਦਾਸ ਜੀ ਮਹਾਰਾਜ ਨੇ ਬਚਨ ਕਿਹਾ ਸੀ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੇ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾ ਰੋਏ ਕਿਆ ਕੀਜੈ। ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਕਪਟ ਹੈ, ਉਹ ਬਾਹਰੋਂ ਗਾਈ ਜਾਣ ਕੀ ਹੋ ਜਾਏਗਾ। ਬਾਹਰੋਂ ਗਾਉਣ ਨਾਲ ਹੀ ਤੇ ਕੇਵਲ ਗੱਲ ਨਹੀਂ ਬਣਨੀ। ਗਾਉਣਾ ਜ਼ਰੂਰੀ ਹੈ ਜਿੱਥੇ, ਪਰ ਗਾਉਣ ਨਾਲ ਮਨ ਵੀ ਤੇ ਉਧਰ ਲੱਗਿਆ ਹੋਣਾ ਚਾਹੀਦਾ ਹੈ। ਸਤਿਗੁਰੂ ਜੀ ਕਹਿੰਦੇ ਦੇਖੋ, ਧਾਰਮਿਕ ਬੰਦਾ ਗਿਆਨ ਵੀ ਹੋਣਾ, ਆਪ ਗਿਆਨ ਤੋਂ ਵੀ ਹੋਣਾ ਹੈ, ਖਾਲੀ ਹੈ, ਪਰ ਲੋਕਾਂ ਨੂੰ ਰੱਬ ਦੀਆਂ ਗੱਲਾਂ ਸੁਣਾ ਰਿਹਾ ਹੈ। ਭੁੱਖੇ ਮੁੱਲਾਂ ਘਰੇ ਮਸੀਤ। ਆਪਾਂ ਦੇਖਦੇ ਹਾਂ ਧਰਮ ਦੀ ਦੁਨੀਆ 'ਚ ਕੁਝ ਲੋਕ ਨੇ ਜਿਹੜੇ ਸੰਸਾਰਕ ਤੌਰ ਤੇ ਨਿਕੰਮੇ ਹੁੰਦੇ ਨੇ। ਭਾਵੋ ਕੋ ਕਿਰਤ ਵਿਰਤ ਨਹੀਂ ਕਰਦੇ, ਕੋਈ ਰੋਜੀ ਰੋਟੀ ਲਈ ਆਹਰ ਨਹੀਂ ਕਰਦੇ। ਫਿਰ ਉਹਨਾਂ ਨੇ ਪਤਾ ਕੀ ਕੰਮ ਫੜ ਲਿਆ ਹੁੰਦਾ, ਉਹ ਜਾਂ ਤੇ ਸਾਧਾਂ ਵਾਲਾ ਲਿਬਾਸ ਪਾ ਲੈਂਦੇ ਨੇ, ਜਾਂ ਕੋਈ ਧਰਮ ਸਥਾਨ ਬਣਾ ਕੇ ਬੈਠ ਜਾਂਦੇ। ਕਿਤੇ ਮੰਦਿਰ ਬਣਾ ਲਿਆ, ਕਿਤੇ ਮਸਜਿਦ ਬਣਾ ਲਈ। ਸਾਡੇ ਚੋਂ ਕਈਆਂ ਨੇ ਗੁਰਦੁਆਰੇ ਬਣਾਉਣੇ ਸ਼ੁਰੂ ਕਰ, ਜਿੱਥੇ ਮਰਜ਼ੀ ਨਿਸ਼ਾਨ ਸਭ ਲਗਾ ਦਿੱਤਾ। ਗੁਰਦੁਆਰੇ ਸਭ ਹੋਣੇ ਚਾਹੀਦੇ ਨੇ, ਇਹਨਾਂ ਦੀ ਤੇ ਬਹੁਤ ਲੋੜ ਹੈ, ਪਰ ਜਿੱਥੇ ਹੋਣੇ ਚਾਹੀਦੇ ਨੇ ਉੱਥੇ ਹੋਣੇ ਚਾਹੀਦੇ ਨੇ। ਲੇਕਿਨ ਸਤਿਗੁਰੂ ਜੀ ਕਹਿੰਦੇ ਭੁੱਖੇ ਮੁੱਲਾਂ ਘਰੇ ਮਸੀਤ। ਕਈ ਵਾਰੀ ਨਾ ਰੋਟੀਆਂ ਦੀ ਖਾਤਰ ਮੁੱਲਾਂ ਜਿਹੜਾ ਹੈ, ਉਹਨੇ ਮਸੀਤ ਨੂੰ ਹੀ ਆਪਣਾ ਘਰ ਬਣਾ ਲਿਆ। ਭਾਵ ਸਿਰਫ ਰੋਜੀ ਰੋਟੀ ਦੀ ਖਾਤਰ ਹੀ ਮਸੀਤ ਵਿੱਚ ਬੈਠਾ ਹੈ, ਰੱਬ ਨੂੰ ਮਿਲਣ ਦੇ ਲਈ ਨਹੀਂ ਬੈਠਾ। ਮਸੀਤ ਰੱਬ ਨਾਲ ਜੁੜਨ ਦੇ ਲਈ ਹੈ, ਮੰਦਿਰ ਰੱਬ ਨਾਲ ਜੁੜਨ ਦੇ ਲਈ ਹੈ, ਗੁਰਦੁਆਰਾ ਰੱਬ ਦਾ ਗਿਆਨ ਪ੍ਰਾਪਤ ਕਰਨ ਦੇ ਲਈ ਹੈ। ਕੋਈ ਗੁਰਦੁਆਰੇ ਸਿਰਫ ਇਸ ਲਈ ਹੀ ਆਏ ਕਿ ਮੇਰੀ ਰੋਜੀ ਰੋਟੀ ਇੱਥੋਂ ਚੱਲਦੀ ਹੈ, ਜਾਂ ਕੋਈ ਗੁਰਦੁਆਰਾ ਰੋਜੀ ਰੋਟੀ ਲਈ ਬਣਾ ਲਏ, ਜਾਂ ਕੋਈ ਧਰਮ ਸਥਾਨ ਤੇ ਸਿਰਫ ਜਾਂ ਧਾਰਮਿਕ ਕੰਮ ਇਸ ਲਈ ਹੀ ਕਰੇ ਕਿ ਮੇਰਾ ਤਾਂ ਗੁਜ਼ਰਾਨ ਹੈ, ਰੁਜ਼ਗਾਰ ਹੈ। ਸਤਿਗੁਰੂ ਜੀ ਉਹਦੀ ਗੱਲ ਕਰਦੇ ਤਾਂ ਇਵੇਂ ਜਿਵੇਂ ਕੋ ਮੁੱਲਾ ਜਿਹੜਾ ਹੈ ਨਾ ਭੁੱਖਾ, ਘਰ 'ਚ ਹੀ ਮਸੀਤ ਬਣਾ ਲੇ। ਭਾਵ ਉਹ ਮਸੀਤ ਨੂੰ ਹੀ ਆਪਣੀ ਰੋਜੀ ਰੋਟੀ ਸਮਝ ਲੇ। ਮਖੱਟੂ ਹੋਏ ਕਿ ਕੰਨ ਪੜਾਏ। ਸਤਿਗੁਰੂ ਜੀ ਕਹਿੰਦੇ ਕੋ ਨੇ ਮਖੱਟੂ ਹੁੰਦੇ ਨਿਕੰਮੇ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਹੱਡ ਹਰਾਮੀ, ਜਿਹੜੇ ਕੰਮ ਨਹੀਂ ਕਰਨਾ ਚਾਹੁੰਦੇ। ਉਹ ਜਿਹੜੇ ਨੇ ਹੱਡ ਹਰਾਮੀ ਹੋ ਕੇ ਆਪਣੇ ਕੰਨ ਪੜਾ ਕੇ ਨਾ, ਮੁੰਦਨਾ ਪਾ ਕੇ, ਹੱਥ 'ਚ ਲੋਟਾ ਫੜ ਕੇ ਕਰ ਕਰ ਮੰਗਣਾ ਸ਼ੁਰੂ ਕਰ ਦਿੰਦੇ ਨੇ। ਫਕਰ ਕਰੇ ਹੋਰ ਜਾਤ ਸਦਾਏ। ਤੇ ਕੁਝ ਉਹ ਲੋਕ ਨੇ ਜਿਹੜੇ ਫਕੀਰ ਬਣ ਜਾਂਦੇ ਨੇ, ਸਾਧੂ ਬਣ ਜਾਂਦੇ ਨੇ। ਹੋਰ ਜਾਤ ਗਵਾਏ ਦਾ ਅਰਥ ਹੈ ਕਿ ਆਪਣੀ ਜਿਹੜੀ ਜਾਤ ਹੈ ਨਾ, ਦੇਖੋ ਜਾਤ ਤੇ ਸਮੁੱਚੀ ਮਾਨਵਤਾ ਦੀ ਕੋਈ ਹੈ। ਇੱਥੇ ਜਾਤ ਦਾ ਅਰਥ ਹੈ ਕਿ ਆਪਣੇ ਕੁੱਲ ਕਬੀਲੇ ਦੀ ਲਾਜ ਨੂੰ ਗਵਾ ਦਿੰਦਾ ਹੈ। ਦੇਖੋ ਮਾਤਾ ਪਿਤਾ ਨੇ ਜਨਮ ਦਿੱਤਾ ਹੈ, ਹੁਣ ਮਾਤਾ ਪਿਤਾ ਕਿਰਤ ਕਰਦੇ ਸਨ, ਗ੍ਰਸਤੀ ਸਨ, ਤਾਂ ਹੀ ਜਨਮ ਹੋਇਆ। ਤੇ ਕੋਈ ਜੰਮੇ ਮਾਂ ਪਿਓ ਦੇ ਰਾਹੀਂ ਧਰਤੀ ਤੇ ਆਏ
ਤੇ ਉਹ ਕਹੇ ਜੀ ਮੈਂ ਸਾਧ ਬਣ ਗਿਆ, ਗ੍ਰਸਤ ਮਾੜਾ ਹੈ, ਗ੍ਰਸਤ ਨਹੀਂ ਹੋਣਾ ਚਾਹੀਦਾ, ਗ੍ਰਸਤੀ ਨਾ ਬਣੋ। ਸਤਿਗੁਰੂ ਜੀ ਨੇ ਉਹਦੀ ਗੱਲ ਕੀਤੀ ਹੈ ਕਿ ਉਹ ਆਪਣੀ ਜਾਤ ਨੂੰ ਹੀ ਗਵਾਈ ਚਲਿਆ ਜਾ ਰਿਹਾ। ਦੇਖੋ ਨਾ, ਉਹਦੇ ਮਾਂ-ਬਾਪ ਗ੍ਰਸਤੀ ਸਨ, ਹੁਣ ਆਪ ਗ੍ਰਸਤ ਨੂੰ ਉਹ ਨਿੰਦ ਰਿਹਾ ਹੈ, ਆਪ ਗ੍ਰਸਤ ਨੂੰ ਉਹ ਮਾੜਾ ਕਹਿ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਗੁਰਪੀਰ ਸਦਾਏ ਫਿਰ ਮੰਗਣ ਜਾਏ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਪਣੇ ਆਪ ਨੂੰ ਅਖਵਾਏ ਕੋਈ ਪੀਰ ਜਾਂ ਗੁਰੂ ਜਾਂ ਕੋਈ ਧਾਰਮਿਕ ਕੋਈ ਵੀ ਲਕਬ ਆਪਣੇ ਆਪ ਨੂੰ ਦੇ ਲੈ ਤੇ ਫਿਰ ਉਹ ਰੋਟੀ ਦੀ ਖਾਤਰ ਕੇਵਲ ਮੰਗਣ ਲਈ ਜਾਏ। ਸਤਿਗੁਰੂ ਸਾਹਿਬ ਜੀ ਕਹਿੰਦੇ ਤਾਂ ਕਿ ਮੂਲ ਨਾ ਲੱਗੀਐ ਪਾਏ, ਭੁੱਲ ਕੇ ਵੀ ਉਹਦੇ ਮਗਰ ਨਾ ਲੱਗ ਜਾਇਓ। ਪਰ ਸਾਡਾ ਤਾਂ ਹੁਣ ਮਸਲਾ ਇਹ ਹੈ, ਅਸੀਂ ਜਿਹੜਾ ਵਿਹਲੜ ਜਿਹਾ ਹੋਏ ਨਾ, ਜਿੰਨੇ ਆਪਣੇ ਸਰੀਰ ਨੂੰ ਬੜਾ ਐਨ ਖਰਾਬ ਜਿਹਾ ਕੀਤਾ ਹੋਏ, ਵੱਡਾ ਸਾਰਾ ਮੋਟਾ ਜਿਹਾ ਹੋਏ, ਉਹਨੇ ਖਾਸ ਲਿਬਾਸ ਪਾਇਆ ਹੋਏ, ਨਾਲ ਉਹਦੇ 5 7 10 ਉਹਦੇ ਕੋਈ ਸੇਵਾਦਾਰ ਹੋਣ, ਅਸੀਂ ਕਹਿੰਦੇ ਬੜਾ ਕਰਾਮਤ ਹੀ ਹੈ। ਤਾਂ ਅਸੀਂ ਉਹਦੇ ਮਗਰ ਲੱਗ ਤੁਰਦੇ ਹਾਂ। ਸਾਨੂੰ ਸਾਡੇ ਸਤਿਗੁਰੂ ਜੀ ਨੇ ਸਿਫਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਜੋੜਿਆ। ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਸੁਣਾਏ ਉਹ ਸਤਿਕਾਰਯੋਗ ਹੈ, ਪਰ ਉਹਦੇ ਮਗਰ ਨਹੀਂ ਲੱਗਣਾ, ਲੱਗਣਾ ਗੁਰੂ ਦੇ ਮਗਰ ਹੈ, ਜੋ ਗੁਰੂ ਸਾਨੂੰ ਕਹਿੰਦਾ ਹੈ। ਸਤਿਗੁਰੂ ਜੀ ਕਹਿੰਦੇ ਕੋਈ ਗਿਆਨ ਤੋਂ ਵੀ ਹੋਣਾ, ਕੋਈ ਹੱਡ ਹਰਾਮੀ ਘਰ ਬਾਹਰ ਛੱਡ ਕੇ ਗ੍ਰਸਤ ਨੂੰ ਮਾੜਾ ਕੇ ਗ੍ਰਸਤੀ ਨਾ ਹੋਏ ਤੇ ਆਪਣੇ ਆਪ ਨੂੰ ਅਖਵਾਏ, ਧਾਰਮਿਕ ਤੇ ਖਾਏ ਉਹ ਰੋਟੀ ਮੰਗ ਕੇ, ਉਸ ਮਨੁੱਖ ਦੇ ਭੁੱਲ ਕੇ ਵੀ ਮਗਰ ਨਾ ਤੁਰਿਓ। ਕਦੀ ਵੀ ਤੁਸੀਂ ਉਸ ਪਾਸੋਂ ਕੋਈ ਆਤਮਿਕ ਸੁੱਖ ਨਹੀਂ ਮਾਣ ਸਕਦੇ। ਹੁਣ ਸਵਾਲ ਇਹ ਹੈ ਕਿ ਉਸ ਰੱਬ ਦੇ ਮਾਰਗ ਨੂੰ ਜਾਣ ਕੌਣ ਸਕਦਾ ਹੈ? ਕਿਉਂਕਿ ਇੱਥੇ ਤੇ ਸਤਿਗੁਰੂ ਜੀ ਨੇ ਵਰਜ ਦਿੱਤਾ ਕਿ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਦੇ ਮਗਰ ਬਿਲਕੁਲ ਨਹੀਂ ਜਾਣਾ। ਸਤਿਗੁਰੂ ਜੀ ਕਹਿੰਦੇ ਘਾਲ ਖਾਏ ਕਿ ਹੱਥੋਂ ਦੇ। ਜਿਹੜਾ ਬੰਦਾ ਘਾਲਣਾ ਕਰਦਾ ਹੈ, ਜ਼ਿੰਦਗੀ 'ਚ ਮਿਹਨਤ ਕਰਦਾ ਹੈ, ਮਿਹਨਤ ਕਿਸੇ ਵੀ ਪੱਖ ਦੀ ਹੋ ਸਕਦੀ ਹੈ। ਦੇਖੋ ਕੋਈ ਆਰਥਿਕ ਤੌਰ ਤੇ ਮਿਹਨਤ ਕਰਦਾ ਹੈ, ਅੱਗੇ ਵੱਧਦਾ ਹੈ, ਮੁਬਾਰਕ ਹੈ, ਗੁਰਮਤਿ ਨੇ ਅੱਗੇ ਵਧਣ ਦੀ ਗੱਲ ਕਹੀ ਹੈ। ਹਰ ਮਨੁੱਖ ਦੇ ਅੰਦਰ ਪ੍ਰਮਾਤਮਾ ਨੇ ਇਹ ਭੁੱਖ ਰੱਖੀ ਹੈ, ਅੱਗੇ ਵਧਣ ਦੀ ਹੋਣੀ ਚਾਹੀਦੀ ਹੈ, ਅੱਗੇ ਵਧਣਾ ਸਾਡਾ ਅਧਿਕਾਰ ਹੈ, ਕਿਸੇ ਵੀ ਪੱਖ ਤੋਂ ਕੋਈ ਅੱਗੇ ਵਧੇ। ਲੇਕਿਨ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਬੰਦਾ ਘਾਲਣਾ ਕਰਦਾ ਹੈ, ਮਿਹਨਤ ਕਰਦਾ ਹੈ, ਉਦਮ ਕਰਦਾ ਹੈ, ਫਿਰ ਮਿਹਨਤ ਕਰਨ ਤੋਂ ਬਾਅਦ ਜੋ ਕੁਝ ਵੀ ਉਹਦੇ ਕੋਲ ਆਉਂਦਾ ਹੈ ਉਹ ਫਿਰ ਲੋਕਾਂ ਨੂੰ ਵੰਡਦਾ ਹੈ। ਕੋਈ ਮਿਹਨਤ ਕਰਕੇ ਧਨ ਕਮਾਉਂਦਾ ਹੈ, ਉਹਦੇ ਰਾਹੀਂ ਸਮਾਜ ਦੀ ਸੇਵਾ ਕਰਦਾ ਹੈ। ਕੋਈ ਮਿਹਨਤ ਕਰਕੇ ਰਾਜਗੱਦੀ ਤੇ ਬੈਠ ਗਿਆ, ਉਹਦੇ ਰਾਹੀਂ ਉਹ ਸਮਾਜ ਦੀ ਸੇਵਾ ਕਰਦਾ ਹੈ। ਕੋਈ ਮਿਹਨਤ ਕਰਕੇ ਸਰੀਰਕ ਤੌਰ ਤੇ ਜਾਂ ਇਵੇਂ ਕਹਿ ਲਓ ਕਿ ਸ਼ਾਸਤਰ ਦੇ ਪੱਖ ਤੋਂ ਵੱਡਾ ਬਣ ਗਿਆ, ਗਿਆਨਵਾਨ ਹੋ ਗਿਆ, ਉਹਦੇ ਰਾਹੀਂ ਸਮਾਜ ਵਿੱਚੋਂ ਬੁਰਾਈਆਂ ਦੂਰ ਕਰਨ ਦਾ ਯਤਨ ਕਰਦਾ ਹੈ। ਕੋਈ ਮਿਹਨਤ ਕਰਕੇ ਗਿਆਨ ਪ੍ਰਾਪਤ ਕਰ ਲੈਂਦਾ ਹੈ, ਉਹ ਗਿਆਨ ਲੋਕਾਂ ਨੂੰ ਵੰਡਦਾ ਹੈ, ਗਿਆਨ ਰਾਹੀਂ ਲੋਕਾਂ 'ਚ ਅਵੇਅਰਨੈਸ ਲਿਆਉਂਦਾ, ਜਾਗ੍ਰਿਤੀ ਲਿਆਉਂਦਾ ਹੈ। ਸਤਿਗੁਰੂ ਜੀ ਕਹਿੰਦੇ ਉਹ ਬੰਦਾ ਰੱਬ ਦੇ ਰਸਤੇ ਨੂੰ ਪਛਾਣ ਲਏਗਾ, ਉਹਨੂੰ ਜੀਵਨ ਦੀ ਜੁਗਤ ਆ ਜਾਏਗੀ। ਘਾਲ ਖਾਏ ਕਿ ਛਾਥੋਂ ਦੇ। ਜਿਹੜੇ ਮਿਹਨਤ ਕਰਦੇ ਨੇ, ਘਾਲਣਾ ਕਰਦੇ ਨੇ ਤੇ ਫਿਰ ਆਪਣੇ ਹੱਥੋਂ ਵੀ ਦੂਜਿਆਂ ਨੂੰ ਕੁਝ ਦਿੰਦੇ ਨੇ। ਨਾਨਕ ਰਾਹਾ ਪਛਾਣੇ ਸੇ। हे ਨਾਨਕ ਜੀ, ਉਹ ਆਪਣੇ ਜੀਵਨ ਜੁਗਤ ਨੂੰ ਜਾਣ ਲੈਂਦੇ ਨੇ। ਉਹ ਇਵੇਂ ਕਹਿ ਲਓ ਕਿ ਜਿਉਣ ਦੇ ਰਸਤੇ ਨੂੰ ਲੱਭ ਲੈਂਦੇ ਕਿ ਜਿਉਣਾ ਕਿਵੇਂ ਹੈ, ਜ਼ਿੰਦਗੀ ਦਾ ਮਾਰਗ ਕੀ ਹੈ, ਉਹਨਾਂ ਨੂੰ ਇਸ ਰਸਤੇ ਦਾ ਪਤਾ ਲੱਗ ਜਾਂਦਾ ਹੈ। ਮਹਿਲਾ ਪਹਿਲਾ ਮਨਹੁ ਜੇ ਅੰਧੇ ਕੂਪ, ਕਹਿਆ ਬਿਰਦ ਨ ਜਾਣਨੀ। ਇਹ ਦੂਸਰਾ ਸ਼ਲੋਕ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਹੈ। ਸਤਿਗੁਰੂ ਜੀ ਕਹਿੰਦੇ ਕੁਝ ਉਹ ਲੋਕ ਨੇ ਜਿਹੜੇ ਮਨੋਂ ਜੇ ਅੰਧੇ ਕੂਪ, ਕੂਪ ਮੈਣਾ ਖੂਹ, ਅੰਨਾ ਖੂਹ ਹੁੰਦਾ ਹੈ। ਅੰਨਾ ਖੂਹ ਦਾ ਅਰਥ ਹੈ ਕਿ ਖੂਹ 'ਚ ਬੰਦਾ ਡਿੱਗ ਜਾਏ ਨਾ, ਡੂੰਘਾ ਖੂਹ ਹੋਏ, ਖੂਹ 'ਚ ਹਨੇਰਾ ਹੁੰਦਾ ਹੈ। ਜਿਹੜਾ ਖੂਹ 'ਚ ਡਿੱਗ ਪਿਆ ਨਾ, ਉਹਨੂੰ ਖੂਹ ਤੋਂ ਬਿਨਾਂ ਹੋਰ ਕੋਈ ਗਿਆਨ ਨਹੀਂ ਹੁੰਦਾ। ਆਪਾਂ ਅਕਸਰ ਇਹ ਗੱਲ ਸੁਣੀ, ਖੂਹ ਦਾ ਡੱਡੂ, ਖੂਹ ਦੇ ਡੱਡੂ ਨੂੰ ਖੂਹ ਦਾ ਹੀ ਗਿਆਨ ਹੈ। ਹੁਣ ਜਿਹੜਾ ਖੂਹ 'ਚ ਡਿੱਗ ਪਿਆ ਹਨੇਰੇ 'ਚ ਹੈ, ਸਹਿਮਿਆ ਹੋਇਆ, ਡਰਿਆ ਹੋਇਆ ਹੈ, ਹੋਰ ਕੋਈ ਉਹਦੇ ਕੋਲ ਨਹੀਂ, ਕੁਝ ਉਹਨੂੰ ਨਜ਼ਰ ਨਹੀਂ ਆਉਂਦਾ, ਉਹ ਡਿੱਗਿਆ ਹੋਇਆ, ਉੱਚਾ ਉੱਠ ਨਹੀਂ ਸਕਦਾ। ਮਨੋ ਜੇ ਅੰਧੇ ਕੂਪ, ਜਿਹੜੇ ਮਨ ਕਰਕੇ ਘੋਰ ਮੂਰਖ ਨੇ, ਘੋਰ ਹਨੇਰੇ ਵਿੱਚ ਨੇ, ਅੰਨੇ ਖੂਹ 'ਚ ਡਿੱਗੇ ਹੋਏ ਨੇ। ਕਹਿਆ ਬਿਰਦ ਨ ਜਾਣਨੀ। ਬਿਰਦ ਦਾ ਅਰਥ ਹੁੰਦਾ ਫਰਜ਼, ਇੱਕ ਹੁੰਦਾ ਬਿਰਦ, ਬਿਰਦ ਜਿਹਨੂੰ ਆਪਾਂ ਬਜ਼ੁਰਗ ਕਹਿੰਦੇ, ਬੁੱਢਾ ਵੀ ਕਹਿੰਦੇ ਆ। ਇੱਕ ਹੁੰਦਾ ਬਿਰਦ, ਬਿਰਦ ਦਾ ਅਰਥ ਹੁੰਦਾ ਹੈ ਫਰਜ਼, ਜ਼ਿੰਦਗੀ ਦੀ ਡਿਊਟੀ। ਕਈ ਕੁਝ ਉਹ ਲੋਕ ਮਨ ਕਰਕੇ ਇੰਨੇ ਅੰਨੇ ਮੂਰਖ ਹੁੰਦੇ ਨੇ ਕਿ ਉਹਨਾਂ ਨੂੰ ਸਮਝਾਓ ਵੀ ਤਾਂ ਵੀ ਉਹ ਜ਼ਿੰਦਗੀ ਦੇ ਫਰਜ਼ ਨੂੰ ਨਹੀਂ ਸਮਝਦੇ।
ਕਹਿਆ ਬਿਰਦ ਨ ਜਾਣਨੀ। ਸਮਝਾਉਣ ਤੇ ਵੀ ਉਹ ਆਪਣੀ ਜ਼ਿੰਦਗੀ ਦੀ ਡਿਊਟੀ ਜੋ ਹੈ, ਫਰਜ਼ ਜਿਹੜਾ ਹੈ, ਇਹਨੂੰ ਸਮਝਦੇ ਨਹੀਂ। ਮਨ ਅੰਧਾ ਊਂਦਾ ਕਵਲ ਦਿਸਨ ਖਰੇ ਕਰੂਪ। ਜਿਹੜੇ ਮਨ ਕਰਕੇ ਅੰਨੇ ਹਨ, ਘੋਰ ਹਨੇਰੇ ਚ ਹਨ, ਊਂਦੇ ਕਵਲ। ਕਵਲ ਹਿਰਦੇ ਨੂੰ ਕਵਲ ਦੇ ਨਾਲ ਤੁਲਨਾ ਦਿੱਤੀ ਹੈ। ਗੁਰਬਾਣੀ ਚ, ਧਰਮ ਗ੍ਰੰਥਾਂ ਵਿੱਚ ਕਵਲ ਦੀ ਗੱਲ ਕੀਤੀ ਹੈ। ਕਵਲ ਜਿਹੜਾ ਸੂਰਜ ਚੜੇ ਨਾ, ਕਹਿੰਦੇ ਕਵਲ ਜਿਹੜਾ ਖਿੜ ਜਾਂਦਾ, ਸਿੱਧਾ ਹੋ ਜਾਂਦਾ। ਜਦੋਂ ਸੂਰਜ ਡੁੱਬ ਜਾਂਦਾ ਹੈ, ਕਵਲ ਬੰਦ ਹੋ ਕੇ ਮੁੱਧਾ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਮਨ ਅੰਧੇ ਊਂਦੇ ਕਵਲ। ਜਿਹੜੇ ਮਨ ਕਰਕੇ ਅੰਨੇ ਨੇ, ਘੋਰ ਹਨੇਰੇ ਵਿੱਚ ਨੇ, ਉਹਨਾਂ ਦਾ ਹਿਰਦੇ ਦਾ ਕਵਲ ਤਾਂ ਪੁੱਠਾ ਪਿਆ ਹੈ, ਭਾਵ ਉਹਨਾਂ ਦੀ ਮਤ ਪੁੱਠੀ ਹੈ, ਉਹਨਾਂ ਦਾ ਹਿਰਦਾ ਪੁੱਠਾ ਹੈ। ਦਿਸਣ ਖਰੇ ਕਰੂਪ। ਜਿਹੜੇ ਮਨ ਕਰਕੇ ਅੰਧੇ ਨੇ, ਜਿਹੜੇ ਮਨ ਕਰਕੇ ਅੰਦਰੋਂ ਪੁੱਠੇ ਨੇ, ਉਹ ਦੇਖਣ ਨੂੰ ਬੜੇ ਕਰੂਪ ਹੁੰਦੇ ਨੇ। ਖਰੇ ਮੈਨਾਂ ਬਹੁਤੇ, ਖੜੇ ਕਰੂਪ, ਬੜੇ ਉਹ ਕੋਝੇ ਹੁੰਦੇ ਨੇ। ਕਿਉਂਕਿ ਉਹਨਾਂ ਦੇ ਅੰਦਰ ਹੰਕਾਰ ਹੋਏਗਾ, ਉਹਨਾਂ ਦੇ ਅੰਦਰ ਲੋਭ ਹੋਏਗਾ, ਉਹਨਾਂ ਦੇ ਅੰਦਰ ਈਰਖਾ ਹੋਏਗੀ। ਮਨੁੱਖ ਦਾ ਜੋ ਸੁੰਦਰਤਾ ਹੈ, ਉਹ ਕੇਵਲ ਰੰਗ ਰੂਪ ਤੇ ਹੀ ਨਿਰਭਰ ਨਹੀਂ ਹੈ। ਰੰਗ ਸਾਰੇ ਰੱਬ ਦੇ ਬਣਾਏ ਨੇ। ਬਹੁਤ ਸਾਰੇ ਉਹ ਲੋਕ ਹੋਣਗੇ ਜਿਹੜੇ ਰੰਗ ਕਰਕੇ ਸੌਲੇ ਹੁੰਦੇ ਨੇ, ਕਾਲੇ ਹੁੰਦੇ ਨੇ, ਔਰ ਇੰਨੇ ਮਹਾਨ ਹੁੰਦੇ ਨੇ ਕਿ ਦੁਨੀਆ ਉਹਨੂੰ ਦੇਖਣ ਲਈ ਤਰਸਦੀ ਹੈ। ਸ਼੍ਰੀ ਕ੍ਰਿਸ਼ਨ ਜੀ ਰੰਗ ਕਰਕੇ ਸੌਲੇ ਸਨ, ਪਰ ਦੁਨੀਆ ਨੂੰ ਦੇਖਣ ਲਈ ਉਤਾਵਲੀ ਰਹਿੰਦੀ ਸੀ। ਸੁਕਰਾਤ ਬੜਾ ਤਕੜਾ ਦਾਰਸ਼ਨਿਕ ਮਨੁੱਖ ਹੋਇਆ ਯੂਨਾਨ ਵਿੱਚ। ਉਹ ਬਾਹਰੋਂ ਕਹਿੰਦੇ ਇੰਨਾ ਸੋਹਣਾ ਨਹੀਂ ਸੀ, ਪਰ ਦੁਨੀਆ ਨੂੰ ਮਿਲਣ ਲਈ ਬੜੀ ਉਤਾਵਲੀ ਰਹਿੰਦੀ ਸੀ। ਇਸ ਕਰਕੇ ਬੰਦੇ ਦੀ ਜੋ ਸੁੰਦਰਤਾ ਹੈ, ਉਹ ਬਾਹਰਲੇ ਚਿਹਰੇ ਤੇ ਹੀ ਨਿਰਭਰ ਨਹੀਂ ਕਰਦੀ। ਬੰਦਰ ਦੀ ਸੁੰਦਰਤਾ ਜਿਹੜੀ, ਉਹ ਅੰਦਰਲੇ ਤੇ ਨਿਰਭਰ ਕਰਦੀ ਹੈ। ਤੁਹਾਡੇ ਅੰਦਰ ਪਿਆਰ ਹੈ, ਤੁਹਾਡਾ ਚਿਹਰਾ ਵੀ ਸੋਹਣਾ ਲੱਗੇਗਾ ਲੋਕਾਂ ਨੂੰ। ਤੁਹਾਡੇ ਅੰਦਰ ਸਹਿਜ ਹੈ, ਧੀਰਜ ਹੈ, ਪਰਉਪਕਾਰ ਦੀ ਭਾਵਨਾ ਹੈ, ਦੁਨੀਆ ਤੁਹਾਨੂੰ ਮਿਲਣ ਲਈ ਉਦਾਂ ਹੀ ਉਤਾਵਲੀ ਰਹੇਗੀ, ਦੇਖਣ ਲਈ ਉਤਾਵਲੀ ਰਹੇਗੀ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਹੰਕਾਰ ਹੈ, ਕ੍ਰੋਧ ਹੈ, ਜਿਹੜੇ ਅੰਦਰੋਂ ਗਿਆਨ ਵੱਲੋਂ ਪੁੱਠੇ ਪਾਸੇ ਪਏ ਹੋਏ ਨੇ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬਚਨ ਕਿਹਾ, ਫਰੀਦਾ ਤਿਨਾ ਮੁਖ ਡਰਾਵਣੇ ਜਿਨੀ ਵਿਸਾਰਿਓ ਨਾਉ, ਐਥੇ ਦੁੱਖ ਘਨੇਰਿਆਂ ਅੱਗੇ ਠੌਰ ਨਾ ਠਾਉ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਭੁਲਾ ਦਿੱਤਾ, ਵਾਹਿਗੁਰੂ ਜੀ ਦੇ ਨਾਮ ਨੂੰ ਭੁਲਾ ਦਿੱਤਾ, ਬਾਬਾ ਜੀ ਕਹਿੰਦੇ ਉਹਨਾਂ ਦੇ ਮੁਖ ਡਰਾਉਣੇ ਨੇ, ਭਾਵ ਉਹਨਾਂ ਦੇ ਅੰਦਰ ਪਿਆਰ ਹੀ ਨਹੀਂ ਹੈ। ਇੱਥੇ ਵੀ ਦੁਖੀ, ਆਉਣ ਵਾਲੀ ਜ਼ਿੰਦਗੀ 'ਚ ਅੱਗੇ ਵੀ ਦੁਖੀ। ਸਤਿਗੁਰੂ ਜੀ ਕਹਿੰਦੇ ਜਿਹੜੇ ਮਨ ਕਰਕੇ ਅੰਨੇ ਨੇ, ਘੋਰ ਹਨੇਰੇ ਵਿੱਚ ਨੇ, ਮਨ ਕਰਕੇ ਪੁੱਠੀ ਮਤ ਵਾਲੇ ਨੇ, ਦਿਸਣ ਖਰੇ ਕਰੋ। ਜਦੋਂ ਤੁਸੀਂ ਉਹਨਾਂ ਦੇਖੋਗੇ ਨਾ, ਬੜੇ ਕੋਝੇ ਨਜ਼ਰ ਆਉਣਗੇ, ਬੜੇ ਕਰੂਪ, ਭਾਵ ਸੋਹਣੇ ਨਹੀਂ ਨਜ਼ਰ ਆਉਣਗੇ। ਇੱਕ ਕਹਿ ਜਾਣੈ ਕਹਿਆ ਬੁੱਝੈ ਤੇ ਨਰ ਸੁਗੜ ਸਰੂਪ। ਇੱਕ ਉਹ ਲੋਕ ਨੇ ਜਿਹੜੇ ਕਹਿਣਾ ਜਾਣਦੇ ਨੇ, ਜਿਨ੍ਹਾਂ ਕੋਲ ਗਿਆਨ ਹੈ, ਜਿਹੜੇ ਬੋਲ ਚਾਲ ਜਿਨ੍ਹਾਂ ਨੂੰ ਪਤਾ ਹੈ ਗੱਲ ਕਿਵੇਂ ਕਰਨੀ। ਇੱਕ ਕਹਿ ਜਾਣੈ, ਕਹਿਣਾ ਜਾਣਦੇ ਨੇ, ਕਹਿਆ ਬੁੱਝੈ, ਤੇ ਜੇਕਰ ਕੋਈ ਉਹਨਾਂ ਨੂੰ ਸਮਝਾਏ ਤੇ ਉਹਨੂੰ ਸਮਝਦੇ ਵੀ ਨੇ। ਇੱਕ ਤੇ ਉਹ ਨੇ ਜਿਹੜੇ ਕਹਿਣ ਤੇ ਵੀ ਨਹੀਂ ਸਮਝਦੇ, ਆਪ ਗਿਆਨ ਕੋਈ ਨਹੀਂ ਹੈ, ਕਹਿਣ ਤੇ ਸਮਝਦੇ ਨੇ। ਇੱਕ ਉਹ ਨੇ ਜਿਹੜੇ ਕਹਿਣਾ ਜਾਣਦੇ ਨੇ, ਗਿਆਨਵਾਨ ਨੇ, ਤੇ ਜੇ ਉਹਨਾਂ ਨੂੰ ਸਮਝਾਇਆ ਜਾਏ ਤੇ ਉਹ ਸਮਝਦੇ ਨੇ। ਤੇ ਨਰ ਸੁਗੜ ਸਰੂਪ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਮਨੁੱਖ ਬੜੇ ਸਿਆਣੇ ਨੇ, ਬੜੇ ਸੁੰਦਰ ਸਰੂਪ ਵਾਲੇ ਨੇ, ਬੜੇ ਉਹ ਸੋਹਣੇ ਨੇ। ਸਤਿਗੁਰੂ ਜੀ ਕਹਿੰਦੇ ਇੱਕ ਨਾ ਨਾਦ ਨਾ ਭੇਦ ਨਾ ਗੀ ਰਸ, ਰਸ ਕਸ ਨਾ ਜਾਣੰਤ। ਇੱਕ ਉਹ ਨੇ, ਨਾਦ ਦਾ ਅਰਥ ਹੁੰਦਾ ਹੈ ਕਿ ਜਿਨ੍ਹਾਂ ਨੂੰ ਕੋਈ ਕਿਸੇ ਤਰੀਕੇ ਦੇ ਨਾਦ ਦੀ, ਰਾਗ ਦੀ ਸੋਝੀ ਨਹੀਂ ਹੈ, ਕੋਈ ਗਿਆਨ ਨਹੀਂ। ਵੇਦ ਦਾ ਅਰਥ ਹੈ ਕੋਈ ਧਰਮ ਗ੍ਰੰਥਾਂ ਦਾ ਗਿਆਨ ਨਹੀਂ ਹੈ। ਗੀ ਰਸ, ਜਿਹੜੇ ਕਿਸੇ ਸੰਗੀਤ ਦੇ ਰਸ ਨੂੰ ਵੀ ਨਹੀਂ ਜਾਣਦੇ। ਰਸ ਕਸ ਨਾ ਜਾਣੰਤ, ਕਿਸੇ ਵੀ ਤਰ੍ਹਾਂ ਦੀ ਕੋਮਲ ਕਲਾ ਦੇ ਨਾਲ ਉਹਨਾਂ ਦਾ ਵਾਹ ਹੀ ਨਹੀਂ ਹੈ। ਦੁਨੀਆ ਦੇ ਜਿੰਨੇ ਰਸ ਨੇ, ਇਹਨਾਂ ਦੇ ਪ੍ਰਥਾਏ ਉਹਨਾਂ ਨੂੰ ਸੋਝੀ ਨਹੀਂ ਹੈ। ਦੇਖੋ ਜਿਵੇਂ ਸੰਗੀਤ ਹੈ, ਇਹ ਵੀ ਮਨੁੱਖ ਦੇ ਅੰਦਰ ਇੱਕ ਕੋਮਲਤਾ ਪੈਦਾ ਕਰਦਾ ਹੈ। ਜਿੰਨੇ ਵੀ ਸੋ ਕੋਮਲ ਰਸ ਨੇ, ਕੋਮਲ ਕਲਾਵਾਂ ਨੇ, ਉਹਨਾਂ ਦੀ ਗੱਲ ਕੀਤੀ ਸਤਿਗੁਰੂ ਜੀ ਨੇ। ਨਾਦ ਦਾ ਅਰਥ ਹੁੰਦਾ ਹੈ ਗਿਆਨ, ਵੇਦ ਦਾ ਅਰਥ ਹੁੰਦਾ ਧਰਮ ਗ੍ਰੰਥਾਂ ਦੀ ਸੋਝੀ, ਗੀਤ ਦਾ ਅਰਥ ਹੁੰਦਾ ਗੀਤ। ਇੱਕ ਉਹ ਲੋਕ ਨੇ ਜਿਨ੍ਹਾਂ ਨੂੰ ਨਾ ਤਾਂ ਸ਼ਬਦ ਦਾ ਗਿਆਨ ਹੈ, ਨਾ ਕੋਈ ਧਰਮ ਗ੍ਰੰਥਾਂ ਦੀ ਸੋਝੀ ਹੈ,
ਨਾ ਕੋਈ ਕਿਤੇ ਗੀਤ ਵਿੱਚ ਹੀ ਉਹਨਾਂ ਦਾ ਮਨ ਜੁੜਦਾ, ਰਸ ਜੁੜਦਾ, ਨਾ ਹੀ ਕਿਸੇ ਤਰ੍ਹਾਂ ਦੇ ਦੁਨਿਆਵੀ ਰਸਾਂ ਕਸਾਂ ਬਾਰੇ ਉਹਨਾਂ ਨੂੰ ਸੋਝੀ ਹੈ। ਇੱਕ ਨਾ ਸੁਧ, ਨਾ ਬੁੱਧ, ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ। ਤੇ ਕਈਆਂ ਨੂੰ ਬਿਲਕੁਲ ਆਪਣੇ ਸਰੀਰ ਦੀ ਸੋਝੀ ਨਹੀਂ ਹੈ, ਜ਼ਿੰਦਗੀ ਦੀ ਸੋਝੀ ਨਹੀਂ ਹੈ, ਬਿਲਕੁਲ ਬੁੱਧੀ ਨਹੀਂ ਉਹਨਾਂ ਕੋਲ। ਔਰ ਇੱਥੇ ਬਸ ਨਹੀਂ ਹੈ, ਕੋਈ ਕਿਸੇ ਤਰ੍ਹਾਂ ਦੀ ਅਕਲ ਨਹੀਂ ਉਹਨਾਂ ਦੇ ਕੋਲ। ਇੱਥੋਂ ਤੱਕ ਕਿ ਉਹ ਕਿਸੇ ਅੱਖਰ ਦੇ ਭੇਤ ਨੂੰ ਨਹੀਂ ਜਾਣਦੇ, ਭਾਵ ਕਿਸੇ ਵੀ ਤਰ੍ਹਾਂ ਦੀ ਜਿਨ੍ਹਾਂ ਕੋਲ ਸੋਝੀ ਨਹੀਂ। ਪਰ ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਮਨੁੱਖ ਜਿਹੜੇ ਨਾ ਤੇ ਨਾਦ ਨੂੰ ਜਾਣਦੇ ਨੇ, ਨਾ ਵੇਦ ਨੂੰ ਜਾਣਦੇ ਨੇ, ਨਾ ਕੋਈ ਗੀਤ ਦਾ ਰਸ ਹੈ, ਨਾ ਦੁਨੀਆ ਦੇ ਰਸਾਂ ਕਸਾਂ ਕੋਮਲ ਕਲਾਮਾਂ ਵਾਲੇ ਉਹਨਾਂ ਨੂੰ ਕੋਈ ਸੋਝੀ ਹੈ, ਨਾ ਕੋਈ ਉਹਨਾਂ ਨੂੰ ਸੁੱਧ ਹੈ, ਨਾ ਕੋਈ ਉਹਨਾਂ ਨੂੰ ਬੁੱਧ ਹੈ, ਨਾ ਕੋਈ ਉਹਨਾਂ ਦੇ ਕੋਲ ਅਕਲ ਹੈ, ਤੇ ਨਾ ਹੀ ਉਹ ਕਿਸੇ ਅੱਖਰ ਦੇ ਭੇਤ ਨੂੰ ਜਾਣਦੇ ਨੇ। ਪਰ ਬਿਨਾਂ ਹੀ ਕਾਰਨ ਤੋਂ ਹੰਕਾਰ ਕਰੀ ਚਲੇ ਜਾਂਦੇ ਨੇ, ਬਿਨਾਂ ਹੀ ਕਾਰਨ ਤੋਂ। ਨਾਨਕ ਸੇ ਨਰ ਅਸਲ ਖਰ। ਹੰਕਾਰ ਤਾਂ ਮਾੜਾ ਹੈ, ਕੋਈ ਗਿਆਨ ਦਾ ਕਰੇ ਉਹ ਮਾੜਾ ਹੈ, ਕੋਈ ਭਗਤੀ ਦਾ ਕਰੇ ਮਾੜਾ ਹੈ, ਕੋਈ ਧਨ ਦਾ ਕਰੇ ਉਹ ਮਾੜਾ ਹੈ, ਕੋਈ ਤਾਕਤ ਦਾ ਕਰੇ ਉਹ ਮਾੜਾ ਹੈ। ਲੇਕਿਨ ਇੱਕ ਉਹ ਲੋਕ ਜਿਨ੍ਹਾਂ ਦੇ ਪੱਲੇ ਹੈ ਹੀ ਕੁਝ ਨਹੀਂ ਤੇ ਫਿਰ ਹੰਕਾਰ ਕਰੀ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਅਸਲ ਖੋਤੇ ਉਹ ਨੇ। ਨਾਨਕ ਤੇ ਨਰ ਅਸਲ ਖਰ, ਖਰ ਮੈਨਾ ਖੋਤਾ, ਅਸਲੀ ਖੋਤੇ ਉਹ ਨੇ ਜੇ ਬਿਨ ਗੁਣ ਗਰਭ ਕਰੰਤ, ਜਿਹੜੇ ਬਿਨਾਂ ਹੀ ਕਿਸੇ ਗੁਣ ਤੋਂ ਹੰਕਾਰ ਪਾਲੀ ਬੈਠੇ ਨੇ। ਸਤਿਗੁਰੂ ਜੀ ਕਹਿੰਦੇ ਉਹ ਖੋਤੇ ਨੇ। ਗੁਰੂ ਸਾਹਿਬ ਜੀ ਨੇ ਇਸ ਮੁਖਵਾਕ ਦੇ ਰਾਹੀਂ ਗੱਲ ਉਹਨਾਂ ਦੀ ਕੀਤੀ ਜਿਹੜੇ ਬਿਨਾਂ ਨਾ ਤੇ ਜਾਣਦੇ ਨੇ ਤੇ ਨਾ ਜਾਣਨਾ ਚਾਹੁੰਦੇ ਨੇ। ਸਤਿਗੁਰੂ ਜੀ ਕਹਿੰਦੇ ਕਿ ਅੰਦਰੋਂ ਉਹਨਾਂ ਦਾ ਮਨ ਦਾ ਦਿਮਾਗ ਪੁੱਠਾ ਹੋਇਆ ਪਿਆ, ਉਹ ਬੜੇ ਕਰੂਪ ਹੁੰਦੇ ਨੇ। ਅਸਲੀ ਸੋਹਣੇ ਸੁੰਦਰ ਮਨੁੱਖ ਉਹ ਨੇ ਜਿਹੜੇ ਜਾਣਦੇ ਵੀ ਨੇ, ਜਾਣਨਾ ਵੀ ਚਾਹੁੰਦੇ ਨੇ, ਜੇ ਕੋਈ ਉਹਨਾਂ ਨੂੰ ਸਮਝਾਏ ਤੇ ਉਹਨੂੰ ਸਮਝਦੇ ਵੀ ਨੇ। ਉਹ ਤੇ ਨਰ ਸੁਗਰ ਸਰੂਪ, ਉਹ ਸਿਆਣੇ ਨੇ। ਤੇ ਕੁਝ ਇੱਕ ਉਹ ਸ਼੍ਰੇਣੀ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਵਿੱਚ ਮਨੁੱਖਤਾ ਚ, ਜਿਨ੍ਹਾਂ ਨੂੰ ਨਾ ਸ਼ਬਦ ਦੀ ਸੋਝੀ, ਨਾ ਕੋਈ ਗੀਤ ਦਾ ਰਸ, ਨਾ ਕੋਈ ਕੋਮਲ ਕਲਾ ਦਾ ਗਿਆਨ, ਨਾ ਕੋਈ ਸੁੱਧ, ਨਾ ਬੁੱਧ, ਕਿਸੇ ਅੱਖਰ ਦੀ ਸੋਝੀ ਨਹੀਂ ਹੈ, ਤੇ ਬਿਨਾਂ ਕਾਰਨ ਤੋਂ ਹੀ ਹੰਕਾਰ ਕਰੀ ਬੈਠੇ। ਸਤਿਗੁਰੂ ਜੀ ਕਹਿੰਦੇ ਉਹ ਅਸਲ ਖੋਤੇ ਨੇ, ਖੋਤਿਆਂ ਵਰਗੀ ਉਹਨਾਂ ਦੀ ਜ਼ਿੰਦਗੀ ਹੈ। ਪੌੜੀ ਗੁਰਮੁਖ ਸਭ ਪਵਿੱਤ ਹੈ, ਧਨ ਸੰਪੇ ਮਾਇਆ। ਇਹ ਪਵਿੱਤਰ ਪੌੜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ। ਔਰ ਸਾਰੰਗ ਰਾਗ ਦੀ ਵਾਰ ਵਿੱਚ ਇਹ 22ਵੇਂ ਨੰਬਰ ਤੇ ਅੰਕਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ 1246 ਅੰਕ ਤੇ ਇਸ ਸੁਭਾਇਮਾਨ ਹੈ। ਇਸ ਪਵਿੱਤਰ ਪੌੜੀ ਦੇ ਨਾਲ ਦੋਵੇਂ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਨੇ। ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਦੀ ਦੁਨੀਆ ਦੇ ਅੰਦਰ ਉਹਨਾਂ ਲੋਕਾਂ ਦੀ ਗੱਲ ਕਰਕੇ ਜਿਨ੍ਹਾਂ ਨੇ ਆਪਣੀ ਕਿਰਤ ਵਿਰਤ ਨੂੰ ਛੱਡ ਕੇ ਧਰਮ ਦੇ ਨਾਂ ਤੇ ਮੰਗਣਾ ਸ਼ੁਰੂ ਕਰ ਦਿੱਤਾ। ਸਿਰਫ ਤੇ ਰੋਟੀਆਂ ਕਾਰਨ ਪੂਰੇ ਤਲ ਵਾਲੀ ਗੱਲ ਹੈ। ਰੋਟੀ ਦਾ ਸਾਧਨ ਹੀ ਧਰਮ ਨੂੰ ਬਣਾਇਆ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨਾਂ ਦੀ ਚਰਚਾ ਕਰਦੇ ਆ ਜਿਹੜੇ ਮਨ ਕਰਕੇ ਘੋਰ ਹਨੇਰੇ ਵਿੱਚ ਨੇ, ਕੁਝ ਜਾਣਦੇ ਨਹੀਂ, ਕੁਝ ਜਾਣਨਾ ਵੀ ਨਹੀਂ ਚਾਹੁੰਦੇ, ਤੇ ਕੁਝ ਉਹ ਲੋਕ ਜਿਹੜੇ ਬਿਨਾਂ ਹੀ ਕਿਸੇ ਕਾਰਨ ਤੋਂ ਅਹੰਕਾਰ ਕਰੀ ਬੈਠੇ ਨੇ। ਸਤਿਗੁਰੂ ਜੀ ਨੇ ਉਹਨਾਂ ਦੇ ਪਰਥਾਏ ਗਿਆਨ ਦੇ ਕੇ ਹੁਣ ਗੁਰੂ ਰਾਮਦਾਸ ਜੀ ਮਹਾਰਾਜ ਗੱਲ ਗੁਰਮੁਖਾਂ ਦੀ ਕਰ ਰਹੇ ਨੇ। ਇਹ ਜੋ ਧਰਤੀ ਪ੍ਰਮਾਤਮਾ ਨੇ ਬਣਾਈ ਹੈ ਨਾ, ਗੁਰਬਾਣੀ ਕਹਿੰਦੀ ਓੰ ਗੁਰਮੁਖ ਕੀਓ ਆਕਾਰਾ। ਪਰਮਾਤਮਾ ਨੇ ਇਹ ਸ੍ਰਿਸ਼ਟੀ ਜਿਹੜੀ ਹੈ ਨਾ ਗੁਰਮੁਖ ਬਣਨ ਦੇ ਲਈ ਬਣਾਈ ਹੈ, ਗੁਰਮੁਖਾਂ ਲਈ ਬਣਾਈ ਹੈ। ਸਤਿਗੁਰੂ ਜੀ ਉਹਨਾਂ ਗੁਰਮੁਖਾਂ ਦੀ ਗੱਲ ਕਰਦੇ। ਬਾਬਾ ਨਾਨਕ ਜੀ ਨੂੰ ਸਿੱਧਾ ਨੇ ਪੁੱਛਿਆ ਕਿ ਤੁਸੀਂ ਸਾਨੂੰ ਕਹਿੰਦੇ ਹੋ ਕਿ ਘਰ ਨਹੀਂ ਛੱਡਣਾ ਚਾਹੀਦਾ, ਦੁਨੀਆਦਾਰੀ ਨਹੀਂ ਛੱਡਣੀ ਚਾਹੀਦੀ, ਤੇ ਬਾਬਾ ਨਾਨਕ ਜੀ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਮਨ ਜਾ ਰਹੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਤੁਸੀਂ ਕਿਸ ਕਾਰਨ ਕਰਕੇ ਆਪਣਾ ਘਰ ਛੱਡ ਦਿੱਤਾ ਹੈ? ਤੁਸੀਂ ਵੀ ਤੇ ਉਦਾਸੀਆਂ ਵਾਲੇ ਕੱਪੜੇ ਪਾਏ ਨੇ, ਤੁਸੀਂ ਕਿਹੜੇ ਕੰਮ ਲਈ ਵਪਾਰ ਲਈ ਤੁਰੇ ਹੋ? ਤੇ ਸਤਿਗੁਰੂ ਜੀ ਨੇ ਕਿਹਾ ਸੀ ਗੁਰਮੁਖ ਖੋਜ ਤੇ ਪਏ ਉਦਾਸੀ, ਅਸੀਂ ਤੇ ਗੁਰਮੁਖਾਂ ਦੀ ਭਾਲ ਵਿੱਚ ਨਿਕਲੇ। ਗੁਰੂ ਨਾਨਕ ਸਾਹਿਬ ਜੀ ਨੇ ਗੁਰਮੁਖ ਲੱਭੇ ਵੀ, ਗੁਰੂ ਨਾਨਕ ਸਾਹਿਬ ਜੀ ਨੇ ਗੁਰਮੁਖ ਬਣਾਏ ਵੀ।
ਗੁਰੂ ਨਾਨਕ ਸਾਹਿਬ ਜੀ ਨੇ ਗੁਰਮੁਖ ਪੰਥ ਦੀ ਆਰੰਭਤਾ ਕੀਤੀ। ਜੋ ਗੁਰਮਤਿ ਦਾ ਮਾਰਗ ਹੈ ਨਾ, ਇਹਨੂੰ ਗੁਰਮੁਖ ਪੰਥ ਕਿਹਾ ਭਾਈ ਗੁਰਦਾਸ ਸਾਹਿਬ ਜੀ ਨੇ। ਸਤਿਗੁਰੂ ਜੀ ਉਹਨਾਂ ਗੁਰਮੁਖਾਂ ਦੀ ਗੱਲ ਕਰਦੇ ਹਨ। ਗੁਰਮੁਖ ਸਭ ਪਵਿੱਤ ਹੈ, ਧਨ ਸੰਪੇ ਮਾਇਆ। ਵੀ ਜਿਹੜੇ ਗੁਰਮੁਖ ਜਨ ਨੇ ਉਹਨਾਂ ਦੀ ਹਰ ਚੀਜ਼ ਹੀ ਪਵਿੱਤਰ ਹੈ। ਦੇਖੋ, ਬੰਦਾ ਅੰਦਰੋਂ ਰੱਬ ਦੇ ਪਿਆਰ 'ਚ ਜੁੜੇ, ਆਪਣੀ ਧਰਮ ਦੀ ਕਿਰਤ ਕਰੇ। ਰੱਬ ਨੇ ਜੋ ਕੁਝ ਬਣਾਇਆ ਨਾ, ਸਭ ਕੁਝ ਵਧੀਆ, ਕੁਝ ਵੀ ਮਾੜਾ ਨਹੀਂ ਬਣਾਇਆ। ਇਹ ਮਾਇਆ ਮਾੜੀ ਨਹੀਂ ਹੈ। ਮਾਇਆ ਤੋਂ ਬਿਨਾਂ ਤੇ ਮਨੁੱਖ ਦੀ ਜ਼ਿੰਦਗੀ ਨਹੀਂ ਚੱਲ ਸਕਦੀ। ਜਿਹੜੇ ਕਹਿੰਦੇ ਨੇ ਅਸੀਂ ਦੁਨੀਆਦਾਰੀ ਛੱਡਤੀ ਹੈ, ਉਹਨਾਂ ਪੁੱਛੋ ਰੋਟੀ ਕਿੱਥੋਂ ਖਾਂਦੇ ਹੋ? ਇਹ ਰੋਟੀ ਜਿਹੜੀ ਖਾਣੇ ਵੀ ਤੇ ਮਾਇਆ ਹੀ ਹੈ, ਕੱਪੜਾ ਪਾਉਣੇ ਵੀ ਤੇ ਕਮਾਇਆ ਹੀ ਹੈ। ਕੁਝ ਉਹ ਲੋਕ ਨੇ ਜਿਹੜੇ ਕਹਿਣ ਜੀ ਅਸੀਂ ਤਾਂ ਦੁਨੀਆਦਾਰੀ ਤੋਂ ਵੱਖਰੇ ਹਾਂ, ਤੇ ਕੱਪੜੇ ਬੜੇ ਬੜੇ ਉਹਨਾਂ ਕੀਮਤੀ ਪਾਏ ਹੁੰਦੇ ਨੇ, ਕਾਰਾਂ ਉਹਨਾਂ ਨੇ ਗ੍ਰਸਤੀਆਂ ਨਾਲੋਂ ਵੀ ਮਹਿੰਗੀਆਂ ਰੱਖੀਆਂ ਹੁੰਦੀਆਂ ਨੇ, ਉਹਨਾਂ ਦੇ ਐਸੋ ਇਸਰ ਦੇ ਸਾਧਨ ਅੰਤੀ ਕੋਈ ਨਹੀਂ ਹੁੰਦਾ। ਉਹਦਾ ਕਹਿੰਦੇ ਅਸੀਂ ਮਾਇਆ ਨੂੰ ਹੱਥ ਨਹੀਂ ਲਾਉਂਦੇ। ਸਤਿਗੁਰੂ ਸਾਹਿਬ ਜੀ ਨੇ ਜੋ ਗੁਰਮੁਖ ਪੈਦਾ ਕੀਤੇ ਨੇ, ਉਹਨਾਂ ਦਾ ਅਰਥ ਹੈ ਜਿਹੜੇ ਨਾਮ ਜਪਣ, ਕਿਰਤ ਕਰਨ, ਵੰਡ ਕੇ ਛਕਣ। ਸਤਿਗੁਰੂ ਸਾਹਿਬ ਜੀ ਕਿ ਗੁਰਮੁਖ ਸਭ ਪਵਿੱਤ ਹੈ, ਧਨ ਸੰਪੇ ਮਾਇਆ। ਜਿਹੜੇ ਗੁਰੂ ਦੇ ਸਨਮੁਖ ਹੋ ਗਏ ਗੁਰਮੁਖ ਜਨ, ਉਹਨਾਂ ਦੀ ਜ਼ਿੰਦਗੀ ਦੀ ਹਰ ਚੀਜ਼ ਪਵਿੱਤਰ ਹੈ। ਉਹ ਧਨ ਦੌਲਤ ਮਾਇਆ ਜੋ ਕੁਝ ਹੈ ਉਹ ਪਵਿੱਤਰ ਹੈ। ਉਹਦਾ ਕਾਰਨ ਇਹ ਹੈ ਕਿ ਉਹ ਕਿਰਤ ਕਰਦੇ ਨੇ, ਕਮਾਉਂਦੇ ਨੇ, ਪਰ ਉਹ ਕਮਾਉਂਦੇ ਨੇ ਮਨੁੱਖਤਾ ਦੀ ਸੇਵਾ ਦੇ ਲਈ। ਸਾਹਿਬ ਜੀ ਕਹਿੰਦੇ ਹਰ ਅਰਥ ਜੋ ਖਰਚ ਦੇ, ਦੇਂਦੇ ਸੁਖ ਪਾਇਆ। ਹਰ ਅਰਥ ਪਰਮਾਤਮਾ ਦੀ ਖਾਤਰ ਉਹ ਕਿਰਤ ਕਰਦੇ ਨੇ। ਕਿਰਤ ਕਮਾ ਕੇ ਫਿਰ ਧਰਮ ਅਰਥ ਭਾਵ ਮਨੁੱਖਤਾ ਦੀ ਸੇਵਾ 'ਚ ਲਗਾਉਂਦੇ ਨੇ, ਤੇ ਉਹਨਾਂ ਨੂੰ ਨਾ ਦੂਜਿਆਂ ਨੂੰ ਕੁਝ ਦੇ ਕੇ ਸੁੱਖ ਮਿਲਦਾ। ਮਨੁੱਖ ਦਾ ਇੱਕ ਸੁਭਾਵ ਹੈ, ਉਹ ਲੈਣਾ ਹੀ ਜਾਣਦਾ ਹੈ, ਦੇਣਾ ਨਹੀਂ ਜਾਣਦਾ। ਰੱਬੀ ਗੁਣ ਹੈ ਇਹ। ਹੁਣ ਪ੍ਰਮਾਤਮਾ ਦਾ ਸੁਭਾਅ ਕੀ ਹੈ? ਦੇਂਦਾ ਦੇ, ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਈ। ਪ੍ਰਮਾਤਮਾ ਦੇ ਹੀ ਰਿਹਾ। ਪ੍ਰਮਾਤਮਾ ਕਿਸੇ ਕੋਲੋਂ ਕੁਝ ਨਹੀਂ ਮੰਗਦਾ, ਨਾ ਪ੍ਰਮਾਤਮਾ ਨੂੰ ਕਿਸੇ ਚੀਜ਼ ਦੀ ਲੋੜ ਹੈ, ਨਾ ਭੁੱਖ ਹੈ। ਇਹ ਠੀਕ ਹੈ, ਇਹ ਸਾਡੀ ਆਸਥਾ ਹੈ, ਸਰਧਾ ਹੈ। ਅਸੀਂ ਜੋ ਕੁਝ ਵੀ ਧਰਮ ਸਥਾਨਾਂ ਤੇ ਅਰਪਣ ਕਰਦੇ ਹਾਂ, ਦਰਅਸਲ ਇਹ ਤਾਂ ਉਹ ਧਰਮ ਸਥਾਨਾਂ ਦੀ ਸੇਵਾ ਲਈ ਜਾਂ ਇਸ ਸਮਾਜ ਦੀ ਸੇਵਾ ਲਈ ਹੈ। ਇਹ ਕੋਈ ਰੱਬ ਤੱਕ ਨਹੀਂ ਪਹੁੰਚਣਾ। ਰੱਬ ਤੱਕ ਤੇ ਉਦੋਂ ਹੀ ਪਹੁੰਚੇਗਾ ਜਦੋਂ ਇਹਨੂੰ ਮਨੁੱਖਤਾ ਦੀ ਸੇਵਾ 'ਚ ਅਸੀਂ ਲਗਾਵਾਂਗੇ। ਤੇ ਜੇ ਧਰਮ ਦੇ ਨਾਂ ਤੇ ਇਕੱਠਾ ਹੀ ਕਰੀ ਜਾਣਾ ਹੈ, ਜਾਂ ਧਰਮ ਦੇ ਨਾਂ ਤੇ ਜੱਫੇ ਮਾਰੀ ਜਾਣੇ ਨੇ, ਬੜੀਆਂ ਜੋਕਾਂ ਨੇ ਸਮਾਜ ਵਿੱਚ ਇਹੋ ਜਿਹੀਆਂ ਆਪਣੇ ਮੁਲਕ ਦੇ ਅੰਦਰ ਆਪਾਂ ਦੇਖਦੇ ਹਾਂ, ਜਿਨ੍ਹਾਂ ਨੇ ਧਰਮ ਸਥਾਨਾਂ ਨੂੰ ਹੀ ਕਾਬੂ ਕੀਤਾ ਹੋਇਆ। ਧਰਮ ਸਥਾਨਾਂ ਤੋਂ ਹੀ ਆਪਣੀ ਉਹ ਰਾਜਨੀਤੀ ਚਲਾਉਂਦੇ ਨੇ, ਧਰਮ ਸਥਾਨਾਂ ਤੋਂ ਹੀ ਉਹਨਾਂ ਦਾ ਗੁਜ਼ਾਰਾ ਚੱਲਦਾ ਹੈ। ਸਤਿਗੁਰੂ ਸਾਹਿਬ ਜੀ ਨੇ ਗੱਲ ਗੁਰਮੁਖਾਂ ਦੀ ਕੀਤੀ ਕਿ ਜਿਹੜੇ ਗੁਰਮੁਖ ਜਨ ਨੇ ਉਹਨਾਂ ਦੀ ਹਰ ਚੀਜ਼ ਪਵਿੱਤਰ ਹੈ। ਕਿਉਂਕਿ ਜਦੋਂ ਮਾਇਆ ਦੀ ਗੱਲ ਆਉਂਦੀ ਹੈ, ਮਾਇਆ ਦੇ ਪ੍ਰਥਾਏ ਸਤਿਗੁਰੂ ਜੀ ਨੇ ਬਦਨ ਕੇ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸकी ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਬਾਬਾ ਕਬੀਰ ਸਾਹਿਬ ਜੀ ਨੇ ਮਾਇਆ ਦੇ ਪ੍ਰਥਾਏ ਬਹੁਤ ਬਚਨਗੇ। ਕਬੀਰ ਮਾਇਆ ਚੋਰਟੀ ਮੁਸਮਸ ਲਾਵੇ ਹਾਠ। ਕਬੀਰ ਮਾਇਆ ਨਾਗਣੀ। ਹੋਰ ਕਈ ਥਾਵਾਂ ਤੇ ਮਾਇਆ ਦੇ ਪ੍ਰਥਾਏ ਇਹੋ ਜਿਹੀਆਂ ਗੱਲਾਂ ਲਿਖੀਆਂ ਨੇ। ਮਾਇਆ ਮਾੜੀ ਨਹੀਂ ਸੀ, ਮਾਇਆ ਗੁਜਰਾਨ ਹੈ। ਮਾਇਆ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲ ਸਕਦੀ। ਸਾਡੀ ਜ਼ਿੰਦਗੀ ਬੇੜੀ ਵਾਂਗੂ ਹੈ। ਬੇੜੀ ਪਾਣੀ ਤੋਂ ਬਿਨਾਂ ਨਹੀਂ ਚੱਲ ਸਕਦੀ। ਰੇਤ ਤੇ ਬੇੜੀ ਕਿਵੇਂ ਚੱਲੇਗੀ? ਪਾਣੀ ਚਾਹੀਦਾ। ਬੇੜੀ ਪਾਣੀ ਤੋਂ ਬਿਨਾਂ ਨਹੀਂ ਚੱਲ ਸਕਦੀ, ਪਰ ਪਾਣੀ ਬੇੜੀ ਵਿੱਚ ਨਹੀਂ ਪੈਣਾ ਚਾਹੀਦਾ। ਜੇ ਪਾਣੀ ਬੇੜੀ 'ਚ ਪੈ ਗਿਆ ਤਾਂ ਵੀ ਨਹੀਂ ਚੱਲੇਗੀ, ਉਹ ਡੁੱਬ ਜਾਏਗੀ। ਇਸੇ ਤਰੀਕੇ ਨਾਲ ਮਾਇਆ ਤੋਂ ਬਿਨਾਂ ਸਾਡੀ ਜ਼ਿੰਦਗੀ ਨਹੀਂ ਹੈ। ਸਾਡੇ ਆਸੇ-ਪਾਸੇ ਜੋ ਕੁਝ ਵੀ ਸਾਨੂੰ ਦਿਸਦਾ ਹੈ ਨਾ, ਇਹ ਮਾਇਆ ਹੀ ਹੈ। ਇਹਦੇ ਤੋਂ ਬਿਨਾਂ ਸਾਡੀ ਜ਼ਿੰਦਗੀ ਕਿਵੇਂ ਚੱਲੇਗੀ? ਪਰ ਸਤਿਗੁਰੂ ਜੀ ਕਹਿੰਦੇ ਕਿ ਇਹ ਮਾਇਆ ਸਾਡੀ ਸੁਰਤ ਵਿੱਚ ਨਹੀਂ ਵਸਣੀ ਚਾਹੀਦੀ। ਮਾਇਆ ਵਰਤਣ ਲਈ ਹੈ, ਮਾਇਆ ਗੁਜਰਾਨ ਹੈ, ਮਾਇਆ ਖਰਚਣ ਦੇ ਲਈ ਹੈ। ਜੇ ਤੇ ਮਾਇਆ ਅਸੀਂ ਖਰਚਣ ਲਈ ਵਰਤਣ ਲਈ ਕਮਾਉਂਦੇ ਤੇ ਸਤਿਗੁਰੂ ਜੀ ਕਹਿੰਦੇ ਮਾਇਆ ਪਵਿੱਤਰ। ਆਮ ਅਸੀਂ ਕਹਿੰਦੇ ਕਿ ਚੱਲਦਾ ਪਾਣੀ ਜਿਹੜਾ ਹੈ ਨਾ ਉਹ ਠੀਕ ਰਹਿੰਦਾ। ਪਾਣੀ ਚੱਲਦਾ ਰਹੇ ਉਹ ਠੀਕ ਰਹਿੰਦਾ। ਜਦੋਂ ਪਾਣੀ ਇੱਕ ਥਾਂ ਤੇ ਇਕੱਠਾ ਕਰ ਦਿਓ, ਉਹਦਾ ਚੱਲਣਾ ਬੰਦ ਹੋ ਜਾਏ, ਫਿਰ ਪਾਣੀ ਦੇ ਵਿੱਚ ਆਪਾਂ ਦੇਖਦੇ ਹਾਂ ਜਾਲਾ ਪੈਣਾ ਸ਼ੁਰੂ ਹੋ ਜਾਂਦਾ ਹੈ।
ਪਾਣੀ ਸਹਿਜੇ ਸਹਿਜੇ ਗੰਧਲਾ ਸ਼ੁਰੂ ਹੋ ਜਾਂਦਾ ਹੈ। ਛੱਪੜ ਦਾ ਪਾਣੀ ਰੁਕਿਆ ਹੁੰਦਾ ਨਾ, ਉਹ ਪਾਣੀ ਗੰਦਾ ਹੋ ਜਾਂਦਾ ਹੈ। ਦਰਿਆ ਦਾ ਪਾਣੀ ਚੱਲਦਾ ਹੈ, ਉਹ ਠੀਕ ਰਹਿੰਦਾ ਹੈ। ਇਸ ਤਰੀਕੇ ਨਾਲ ਮਾਇਆ ਆਏ ਜਾਏ ਫਿਰ ਠੀਕ ਰਹਿੰਦੀ ਹੈ। ਜਦੋਂ ਮਾਇਆ ਨੂੰ ਸਿਰਫ ਜੋੜਨਾ, ਇਕੱਤਰ ਕਰਨਾ ਹੀ ਜ਼ਿੰਦਗੀ ਦਾ ਨਿਸ਼ਾਨਾ ਬਣ ਜਾਏ, ਉਦੋਂ ਮਾਇਆ ਜਿਹੜੀ ਹੈ ਉਹ ਰੋਗਾਂ ਦਾ ਕਾਰਨ ਬਣਦੀ ਹੈ। ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਜਨ ਨੇ, ਉਹਨਾਂ ਦੇ ਕੋਲ ਧਨ, ਮਾਇਆ, ਦੌਲਤ ਜਿਹੜੀ ਹੈ ਉਹ ਪਵਿੱਤਰ ਹੈ। ਉਹਦਾ ਕਾਰਨ ਹੈ ਕਿ ਹਰ ਅਰਥ ਜੋ ਖਰਚ ਦੇ ਦੇਂਦੇ ਸੁਖ ਪਾਇਆ। ਜਿਹੜੇ ਹਰੀ ਦੇ, ਪ੍ਰਭੂ ਦੇ ਅਰਥ ਖਰਚਦੇ ਨੇ, ਭਾਵ ਉਹ ਕਮਾਉਂਦੇ ਵੀ ਨੇ ਪਰ ਕੁਝ ਹੱਥੋਂ ਵੀ ਦਿੰਦੇ ਨੇ। ਉਹਨਾਂ ਨੂੰ ਦੇ ਕੇ ਹੀ ਸੁੱਖ ਮਿਲਦਾ ਹੈ, ਵੰਡ ਕੇ ਛਕਣਾ ਹੀ ਉਹਨਾਂ ਨੂੰ ਵਧੀਆ ਲੱਗਦਾ ਹੈ। ਜੋ ਹਰ ਨਾਮ ਧਿਆਇਂਦੇ ਤਿੰਨ ਟੋਟ ਨਾ ਆਇਆ। ਜਿਹੜੇ ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜੇ ਨੇ, ਨਾਮ ਨੂੰ ਚੇਤੇ ਰੱਖਦੇ ਨੇ, ਉਹਨਾਂ ਨੂੰ ਕਦੀ ਟੋਟ ਨਹੀਂ ਆਉਂਦੀ। ਨਾਮ ਨੂੰ ਚੇਤੇ ਰੱਖਣ ਦਾ ਅਰਥ ਹੈ ਕਿ ਪ੍ਰਮਾਤਮਾ ਨੂੰ ਚੇਤੇ ਕਰਦਿਆਂ, ਕਿਰਤ ਕਰਦਿਆਂ ਜੋ ਪ੍ਰਮਾਤਮਾ ਦਾ ਸੁਭਾਵ ਹੈ ਉਸ ਨੂੰ ਉਹ ਚੇਤੇ ਰੱਖਦੇ ਨੇ ਕਿ ਪ੍ਰਮਾਤਮਾ ਦੁਨੀਆ ਨੂੰ ਦੇ ਰਿਹਾ ਹੈ। ਅਸੀਂ ਪ੍ਰਮਾਤਮਾ ਦੇ ਬੱਚੇ ਹਾਂ, ਅਸੀਂ ਵੀ ਕੁਝ ਦਈਏ ਲੋਕਾਂ ਨੂੰ। ਦੇਖੋ ਨਾ, ਰਾਜਾ ਜਿਹੜਾ ਉਹ ਵੰਡਦਾ ਹੈ ਲੋਕਾਂ ਨੂੰ, ਤੇ ਰਾਜਕੁਮਾਰ ਜਿਹੜਾ ਨਾ ਉਹ ਵੀ ਆਪਣੇ ਬਾਪੂ ਵਾਂਗੂ ਵੰਡਦਾ ਹੀ ਹੈ ਨਾ। ਅਸੀਂ ਪ੍ਰਮਾਤਮਾ ਦੇ ਬੱਚੇ ਹਾਂ, ਪਰਮਾਤਮਾ ਦੇ ਰਿਹਾ ਹੈ, ਅਸੀਂ ਕਿਰਤ ਕਰਕੇ ਕਮਾ ਕੇ ਕੁਝ ਕਿਸੇ ਨੂੰ ਦੇਵਾਂਗੇ। ਸਤਿਗੁਰੂ ਜੀ ਕਹਿੰਦੇ ਦਿੰਦੇ ਤੋਟ ਨਾ ਆਇਆ। ਦਿੰਦਿਆਂ ਕਦੀ ਤੋਟ ਨਹੀਂ ਆਉਂਦੀ, ਔਰ ਕੁਦਰਤ ਦਾ ਇੱਕ ਨਿਯਮ ਹੈ, ਜੋ ਤੁਸੀਂ ਦਓਗੇ ਨਾ ਉਹ ਤੁਹਾਨੂੰ ਕਈ ਗੁਣਾ ਫਿਰ ਵਾਪਸ ਮਿਲੇਗਾ। ਜੋ ਕੁਝ ਵੰਡੋਗੇ, ਦੋਗੇ, ਉਹ ਤੁਹਾਨੂੰ ਵਾਪਸ ਮਿਲੇਗਾ। ਤੁਸੀਂ ਈਰਖਾ ਵੰਡੋਗੇ ਤੇ ਤੁਹਾਨੂੰ ਈਰਖਾ ਕਈ ਗੁਣਾ ਜ਼ਿਆਦਾ ਹੋ ਕੇ ਮਿਲੇਗੀ। ਤੁਸੀਂ ਗੁੱਸਾ ਵੰਡੋਗੇ ਤੇ ਗੁੱਸਾ ਮਿਲੇਗਾ, ਨਫ਼ਰਤ ਵੰਡੋਗੇ ਨਫ਼ਰਤ ਮਿਲੇਗੀ, ਪਿਆਰ ਵੰਡੋਗੇ ਤੇ ਪਿਆਰ ਵੀ ਤੁਹਾਨੂੰ ਕਈ ਗੁਣਾ ਜ਼ਿਆਦਾ ਹੋ ਕੇ ਮਿਲੇਗਾ। ਭਾਈ ਗੁਰਦਾਸ ਜੀ ਦਾ ਇੱਕ ਬਚਨ ਕਿ ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ। ਅਸੀਂ ਜੋ ਕੁਝ ਵੀ ਵਰਤ ਰਹੇ ਹਾਂ ਨਾ, ਇਹ ਆਪਣਾ ਦਿੱਤਾ ਹੀ ਸਾਨੂੰ ਮਿਲਣਾ ਹੈ ਵਾਪਸ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ, ਪ੍ਰਮਾਤਮਾ ਨੂੰ ਚੇਤੇ ਰੱਖਦੇ ਨੇ, ਤਿੰਨ ਟੋਟ ਨਾ ਆਇਆ, ਉਹਨਾਂ ਨੂੰ ਜ਼ਿੰਦਗੀ ਅੰਦਰ ਕਦੀ ਟੋਟ ਨਹੀਂ ਆਉਂਦੀ। ਕੁਦਰਤ ਦਾ ਇੱਕ ਨਿਯਮ ਹੈ ਕਿ ਕੁਦਰਤ ਦੀਆਂ ਦਿੱਤੀਆਂ ਦਾਤਾਂ ਨੂੰ ਉਹਦਾ ਸ਼ੁਕਰਾਨਾ ਕਰਦੇ ਜਿੰਨਾ ਅਸੀਂ ਵੰਡੀਏ ਨਾ, ਕੁਦਰਤ ਹੋਰ ਸਾਨੂੰ ਉਹ ਮੌਕੇ ਧੰਨਵਾਦ ਦੇ ਬਹੁਤੇ ਦਿੰਦੀ ਹੈ। ਕਿਉਂਕਿ ਮਾਇਆ ਵੀ ਸਫਲ ਹੋਣਾ ਚਾਹੁੰਦੀ ਹੈ, ਮਾਇਆ ਵੀ ਸਫਲ ਹੋਣਾ ਚਾਹੁੰਦੀ ਹੈ। ਮਾਇਆ ਕਿਸੇ ਕੰਜੂਸ ਕੋਲ ਰਹਿ ਕੇ ਖੁਸ਼ ਨਹੀਂ ਰਹਿੰਦੀ। ਜੇ ਅਸੀਂ ਇਸ ਮਾਇਆ ਨੂੰ ਸ਼ੁਭ ਕੰਮਾਂ ਤੇ ਖਰਚਾਂਗੇ ਨਾ, ਤੇ ਮਾਇਆ ਵੀ ਖੁਸ਼ ਹੁੰਦੀ ਹੈ। ਮਾਇਆ ਵੀ ਸੋਚਦੀ ਕਿ ਮੈਂ ਸਫਲ ਹੋ ਗਈ, ਕਿਸੇ ਗਰੀਬ ਦੇ ਕੰਮ ਆਈ, ਕਿਸੇ ਦੁਖੀ ਦੇ, ਰੋਗੀ ਦੇ ਕੰਮ ਆਈ, ਕਿਸੇ ਲੋੜਵੰਦ ਦੇ, ਭੁੱਖੇ ਦੇ ਕੰਮ ਆਈ, ਤੇ ਉੱਥੇ ਮਾਇਆ ਆਪਣੇ ਆਪ ਹੀ ਆਈ ਚਲੀ ਜਾਂਦੀ ਹੈ। ਤੇ ਜਿੱਥੇ ਲੋਕਾਂ ਪਾਸੋਂ ਖੂਨ ਦੀ ਗੱਲ ਹੈ, ਲੋਕਾਂ ਦਾ ਖੂਨ ਪੀਣ ਦੀ ਗੱਲ ਹੈ, ਸਾਨੂੰ ਲੱਗਦਾ ਹੈ ਕਿ ਬੰਦਾ ਬੜਾ ਅਮੀਰ ਹੁੰਦਾ ਹੈ ਉਹਦੇ ਕੋਲ, ਕਿਉਂਕਿ ਉਹਨੇ ਪੈਸੇ ਇਕੱਠੇ ਕੀਤੇ ਹੁੰਦੇ ਨੇ, ਸੋਚਦੇ ਕਿ ਬੜਾ ਅਮੀਰ ਹੈ। ਪਰ ਉਹ ਬੰਦਾ ਅੰਦਰੋਂ ਗਰੀਬ ਹੋ ਜਾਂਦਾ, ਉਹ ਮਾਇਆ ਦਾ ਸੁੱਖ ਕਦੀ ਲੈ ਹੀ ਨਹੀਂ ਸਕਦਾ। ਹੁਣ ਜਿਹਦੇ ਕੋਲ ਮਾਇਆ ਹੈ, ਧਨ ਦੌਲਤ ਬਹੁਤ ਹੈ, ਫੇਰ ਦੁਖੀ ਹੋਏ, ਤੁਸੀਂ ਕਹੋਗੇ ਕਿ ਉਹਦੇ ਕੋਲ ਮਾਇਆ ਹੈ? ਬਹੁਤਾਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਕੋਲ ਧਨ ਦੌਲਤ ਬਹੁਤ ਹੈ ਪਰ ਦੁਖੀ ਬੜੇ ਨੇ। ਹਾਲਾਂਕਿ ਉਹ ਦੁਖੀ ਹੋਣੇ ਨਹੀਂ ਚਾਹੀਦੇ, ਉਹਨਾਂ ਨੂੰ ਤੇ ਕਮੀ ਕੋਈ ਨਹੀਂ ਹੈ, ਪਰ ਦੁਖੀ ਇਸ ਕਰਕੇ ਕਿ ਉਹਨਾਂ ਨੂੰ ਮਾਇਆ ਵਰਤਣੀ ਨਾ ਆਈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਅਸੀਂ ਲੋਕਾਂ ਦੇ ਵਿੱਚ ਜੋ ਵੀ ਵੰਡਦੇ ਹਾਂ ਉਹ ਸਾਨੂੰ ਵਾਪਸ ਮਿਲਦਾ ਹੈ। ਤੇ ਜਿਹੜੇ ਰੱਬ ਦੇ ਪਿਆਰ ਜੁੜ ਕੇ ਰੱਬੀ ਸੁਭਾਅ ਅਨੁਸਾਰ ਵਿਚਰਦੇ, ਤਿੰਨ ਟੋਟ ਨਾ ਆਇਆ, ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕਦੀ ਟੋਟ ਨਹੀਂ ਆਉਂਦੀ, ਘਾਟ ਨਹੀਂ ਆਉਂਦੀ। ਦੇਖੋ ਤੁਸੀਂ ਸੰਤਾਂ ਮਹਾਂਪੁਰਖਾਂ ਜਾਂ ਹੋਰ ਅਨੇਕਾਂ ਭਗਤ ਜਨਾਂ ਦਾ ਇਤਿਹਾਸ ਪੜ੍ਹੋ। ਬਾਬਾ ਰਵਿਦਾਸ ਸਾਹਿਬ ਜੀ ਦੀ ਕਥਾ ਹੁੰਦੀ ਹੈ ਨਾ ਕਿ ਉਹਨਾਂ ਦੇ ਕੋਲ ਜੁੱਤੀਆਂ ਗੰਢਣ ਦਾ ਉਹ ਕੰਮ ਕਰਦੇ ਸਨ। ਉਹਨਾਂ ਕੋਲ ਇੱਕ ਸਾਧੂ ਆ ਗਿਆ, ਕਿਉਂਕਿ ਭਗਤ ਜੀ ਕੋਲ ਜਿਹੜਾ ਕੋਈ ਲੋੜਵੰਦ ਹੁੰਦਾ ਸੀ ਨਾ, ਉਹਦੀ ਲੋੜ ਪੂਰੀ ਕਰ ਦਿੰਦੇ ਸਨ। ਭੁੱਖੇ ਨੂੰ ਰੋਟੀ ਦੇ ਦੇਣਾ, ਹੋਰ ਲੋੜ ਪੂਰੀ ਕਰ ਦੇਣਾ। ਇੱਕ ਸਾਧੂ ਆ ਗਿਆ, ਸਾਧੂ ਕਹਿਣ ਲੱਗਾ ਕਿ ਇੰਨਾ ਤੁਸੀਂ ਪਰਉਪਕਾਰ ਕਰਦੇ ਹੋ, ਤੁਹਾਡੀ ਕੁੱਲੀ ਤਾਂ ਟੁੱਟੀ ਜਿਹੀ ਹੈ, ਪੁਰਾਣੀ ਜਿਹੀ ਹੈ, ਆ ਲੈ ਲਓ ਪਾਰਸ ਪੱਥਰ, ਇਹਦੇ ਨਾਲ ਸੋਨਾ ਬਣਾ ਕੇ ਜਿੰਨੇ ਮਰਜ਼ੀ ਪੈਸੇ ਕਮਾ ਲਓ। ਭਗਤ ਜੀ ਕਹਿੰਦੇ ਸਾਨੂੰ ਤਾਂ ਲੋੜ ਨਹੀਂ ਹੈ। ਉਹਨੇ ਜਿੱਦ ਕੀਤੀ, ਕਹਿੰਦੇ ਰੱਖ ਦੇ ਇੱਥੇ। ਰੱਖ ਗਿਆ। ਕਈ ਸਾਲਾਂ ਬਾਅਦ ਆਇਆ, ਸੋਚਣ ਲੱਗਾ ਬੜਾ ਤਗੜਾ ਮਹਲ ਹੋਏਗਾ, ਬਹੁਤ ਧਨ ਹੋਏਗਾ ਉਹਦੇ ਕੋਲ।
ਦੇਖਿਆ ਤੇ ਉਹੀ ਕੁੱਲੀ ਜੀ, ਪਹਿਲੇ ਵਾਲੀ ਹੀ ਛਪਰੀ ਜੀ ਹੈ। ਭਗਤ ਜੀ ਨੂੰ ਮਿਲਿਆ, ਕਹਿਣ ਲੱਗੇ ਤੁਹਾਨੂੰ ਉਹ ਪਾਰਸ ਪੱਥਰ ਦਿੱਤਾ ਸੀ, ਕਹਿੰਦੇ ਜਿੱਥੇ ਦਿੱਤਾ ਦੇਖ ਲੈ ਉੱਥੇ ਹੋਏਗਾ। ਰੱਬ ਦੇ ਪਿਆਰਿਆਂ ਨੂੰ ਤੋਟ ਨਹੀਂ ਆਉਂਦੀ, ਲੇਕਿਨ ਉਹ ਇਕੱਠਿਆਂ ਵੀ ਨਹੀਂ ਕਰਦੇ। ਮਾਇਆ ਜਿੱਥੇ ਠੀਕ ਤਰੀਕੇ ਨਾਲ ਵਰਤੀ ਜਾਏ, ਮਾਇਆ ਆਪਣੇ ਆਪ ਆਈ ਵੀ ਜਾਂਦੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਨੂੰ ਚੇਤੇ ਰੱਖਦੇ ਨੇ, ਪ੍ਰਮਾਤਮਾ ਦੇ ਅਰਥ ਖਰਚਦੇ ਨੇ, ਤਿੰਨ ਤੋਟ ਨਾ ਆਇਆ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਦੀ ਕੋਈ ਘਾਟ ਨਹੀਂ ਆਉਂਦੀ। ਗੁਰਮੁਖਾਂ ਨਦਰੀ ਆਮਦਾ ਮਾਇਆ ਸੁੱਟ ਪਾਇਆ। ਜਿਹੜੇ ਗੁਰਮੁਖ ਜਨ ਨੇ ਉਹਨਾਂ ਨੂੰ ਇਹ ਗੱਲ ਨਜ਼ਰ ਆਉਂਦੀ ਹੈ ਕਿ ਸਾਰਾ ਜਗਤ ਪ੍ਰਮਾਤਮਾ ਦਾ ਹੈ, ਸਾਰੀ ਦੁਨੀਆ 'ਚ ਪ੍ਰਮਾਤਮਾ ਬੈਠਾ ਹੈ। ਮਾਇਆ ਸੁੱਟ ਪਾਇਆ, ਸੁੱਟ ਦੇਣ ਦਾ ਅਰਥ ਹੁੰਦਾ ਹੈ ਤਿਆਗ ਦੇਣਾ। ਇੱਥੇ ਤਿਆਗ ਦਾ ਅਰਥ ਉਹ ਨਹੀਂ ਜਿਹੜਾ ਆਮ ਦੁਨੀਆ ਦੇ ਲੋਕਾਂ ਨੇ ਵਰਤਿਆ, ਜਿਵੇਂ ਕਹਿੰਦੇ ਘਰ ਤਿਆਗ ਦਿੱਤਾ, ਪਰਿਵਾਰ ਤਿਆਗ ਦਿੱਤਾ, ਦੁਨੀਆ ਤਿਆਗ ਦਿੱਤੀ ਤੇ ਘਰ ਤੋਂ ਬਾਹਰ ਵੱਖਰੇ ਜਿਹੇ ਹੋ ਕੇ ਬੈਠ ਗਏ, ਜੰਗਲਾਂ ਪਹਾੜਾਂ ਜਾਂ ਹੋਰ ਕਿਤੇ ਜਾ ਕੇ ਬੈਠ ਗਏ। ਇਹ ਉਸ ਤਿਆਗ ਦੀ ਗੱਲ ਨਹੀਂ ਹੈ। ਇੱਥੇ ਤਿਆਗ ਦਾ ਅਰਥ ਹੈ ਕਿ ਗੁਰਮੁਖ ਜਨ ਜਿਹੜੇ ਨੇ ਉਹਨੂੰ ਫਿਰ ਵੰਡਦੇ ਨੇ ਲੋਕਾਂ ਦੇ ਵਿੱਚ, ਲੋਕਾਂ ਦੇ ਵਿੱਚ ਵੰਡ ਕੇ ਛਕਦੇ ਨੇ। ਗੁਰਮੁਖਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਮਾਇਆ ਪ੍ਰਮਾਤਮਾ ਦੀ ਬਣਾਈ ਹੋਈ ਹੈ। ਦੇਖੋ ਮਾਇਆ ਦੀ ਵਡਿਆਈ ਵੀ ਗੁਰਬਾਣੀ 'ਚ ਕੀਤੀ ਹੋਈ ਹੈ। ਬਾਬਾ ਨਾਮਦੇਵ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਤੇ ਧੰਨ ਸੁਹਾਗਣ ਮਹਾਪਵੀਤ, ਤਪੇ ਤਪੀਸਰ ਡੋਲੇ ਚੀਤ। ਮਾਇਆ ਨੂੰ ਸੁਹਾਗਣ ਕਿਹਾ, ਇਹ ਮਾਇਆ ਧਨ ਹੈ, ਸੁਹਾਗਣ ਧਨ ਹੈ, ਇਹ ਬੜੀ ਪਵਿੱਤਰ ਹੈ। ਇਹਨੂੰ ਦੇਖ ਕੇ ਤੇ ਵੱਡੇ ਵੱਡੇ ਤਪਸਵੀਆਂ ਦੇ ਚਿੱਤ ਡੋਲ ਜਾਂਦੇ ਨੇ। ਮਾਇਆ ਨੂੰ ਦੇਖ ਕੇ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਜੋਗੀ ਗਿਣਦੇ ਨੇ ਉਹਨਾਂ ਦੇ ਚਿੱਤ ਡੋਲ ਜਾਂਦੇ ਨੇ। ਮਾਇਆ ਕੋਈ ਜ਼ਰੂਰੀ ਨਹੀਂ ਹੈ ਕਿ ਰੁਪਈਏ ਪੈਸੇ ਦੇ ਰੂਪ ਵਿੱਚ ਹੀ ਹੋਏ, ਦੌਲਤ ਦੇ ਰੂਪ ਵਿੱਚ ਹੋਏ। ਮਾਇਆ ਦੇ ਕਈ ਰੂਪ ਨੇ, ਔਰ ਇਹ ਰਿੱਧੀਆਂ ਸਿੱਧੀਆਂ ਦੇ ਰੂਪ ਵਿੱਚ ਵੀ ਤੇ ਮਾਇਆ ਮਨੁੱਖ ਨੂੰ ਆ ਚੰਬੜਦੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਸੋਝੀ ਹੋ ਗਈ ਕਿ ਮਾਇਆ ਰੱਬ ਦੀ ਬਣਾਈ ਹੈ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਇਹ ਤੇ ਮਨੁੱਖਤਾ ਦੀ ਸੇਵਾ ਦੇ ਲਈ ਹੈ। ਫਿਰ ਮਾਇਆ ਸੁੱਟ ਪਾਇਆ, ਭਾਵ ਉਹ ਮਾਇਆ ਨੂੰ ਫਿਰ ਵਰਤਦੇ ਨੇ, ਮਾਇਆ ਤੋਂ ਨਿਰਲੇਪ ਰਹਿੰਦੇ। ਮਾਇਆ ਸੁੱਟ ਪਾਇਆ ਦਾ ਅਰਥ ਹੈ ਕਿ ਮਾਇਆ ਤੋਂ ਨਿਰਲੇਪ ਰਹਿੰਦੇ, ਮਾਇਆ ਦੀ ਪਕੜ ਨਹੀਂ ਕਰਦੇ। ਕਿਰਤ ਕਰਦਿਆਂ ਜੋ ਆ ਗਿਆ ਉਹਨੂੰ ਪ੍ਰਵਾਨ ਕਰ ਲਿਆ, ਜੋ ਆ ਗਿਆ ਉਹ ਚੋਂ ਵੀ ਵੰਡ ਕੇ ਛਕ ਲਿਆ। ਇਸ ਤਰੀਕੇ ਨਾਲ ਉਹਨਾਂ ਦੀ ਮਾਇਆ ਪਵਿੱਤਰ ਹੋ ਜਾਂਦੀ ਹੈ। ਜਿਹੜੇ ਮਾਇਆ ਨੂੰ ਸਿਰਫ ਇਕੱਠੀਆਂ ਹੀ ਕਰਕੇ ਰੱਖਦੇ ਨੇ, ਜਿਵੇਂ ਪਾਣੀ ਇਕੱਠਾ ਹੋ ਜਾਏ ਇੱਕੋ ਥਾਂ ਤੇ ਰਹੇ, ਉਹ ਪਾਣੀ ਗੰਦਲਾ ਹੋ ਜਾਂਦਾ ਹੈ, ਉਹਦੇ ਵਿੱਚ ਕਿਰਮ ਪੈ ਜਾਂਦੇ ਨੇ, ਉਹ ਖਰਾਬ ਹੋ ਜਾਂਦਾ ਹੈ। ਇਵੇਂ ਜਦੋਂ ਮਾਇਆ ਨੂੰ ਹੀ ਇੱਕ ਥਾਂ ਤੇ ਅਸੀਂ ਇਕੱਠਾ ਕਰਨਾ ਸ਼ੁਰੂ ਕਰ ਦੇਵਾਂਗੇ ਤੇ ਸਤਿਗੁਰੂ ਜੀ ਕਹਿੰਦੇ ਉਹ ਪਵਿੱਤਰ ਨਹੀਂ ਰਹੇਗੇ। ਜਿਹੜੇ ਗੁਰਮੁਖ ਜਾਨੇ ਉਹਨਾਂ ਦੀ ਮਾਇਆ ਪਵਿੱਤਰ ਇਸ ਕਰਕੇ ਹੈ ਕਿ ਉਹ ਮਾਇਆ ਨੂੰ ਵਰਤਦੇ ਨੇ, ਹਰ ਅਰਥ ਵਰਤਦੇ ਨੇ। ਦਿੰਦੇ ਸੁਖ ਪਾਇਆ, ਉਹਨਾਂ ਨੂੰ ਦੂਜਿਆਂ ਨੂੰ ਦੇ ਕੇ ਕੋਈ ਸੁਖ ਮਿਲਦਾ ਹੈ। ਗੁਰਮੁਖਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਮਾਇਆ ਜਿਹੜੀ ਹੈ ਇਹ ਸੇਵਾ ਦੇ ਲਈ ਹੈ, ਮਾਇਆ ਗੁਜਰਾਨ ਹੈ। ਸੱਚੇ ਸ਼ਬਦ ਨਾਨਕ ਭਗਤਾਂ ਹੋਰ ਚਿਤ ਨ ਆਵਈ, ਹਰ ਨਾਮ ਸਮਾਇਆ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਭਗਤ ਜਨ ਨੇ ਉਹਨਾਂ ਨੂੰ ਹੋਰ ਕੁਝ ਚੇਤੇ ਨਹੀਂ ਆਉਂਦਾ। ਉਹਨਾਂ ਦੇ ਚਿੱਤ ਵਿੱਚ ਤੇ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਦਾ ਨਾਮ ਹੁੰਦਾ ਹੈ। ਤੇ ਆਮ ਦੁਨਿਆਵੀ ਸੁਭਾਅ ਜਿਹੜਾ ਉਹ ਕੀ ਹੈ? ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ। ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਨੂੰ ਮਨ ਚੋਂ ਮਾਇਆ ਹੀ ਨਹੀਂ ਭੁੱਲਦੀ ਕਦੀ। ਸਤਿਗੁਰੂ ਜੀ ਨੇ 2 ਸ਼ਲੋਕ ਇਸ ਪਵਿੱਤਰ ਪੌੜੀ ਨਾਲ ਜਿਹੜੇ ਅੰਕਿਤ ਕੀਤੇ ਗੁਰੂ ਨਾਨਕ ਸਾਹਿਬ ਜੀ ਦੇ, ਉੱਥੇ ਸਤਿਗੁਰੂ ਜੀ ਨੇ ਇਹੀ ਜ਼ਿਕਰ ਕੀਤਾ, ਧਰਮ ਦੀ ਦੁਨੀਆ 'ਚ ਜਿਹੜੇ ਲੋਕ ਰਹਿੰਦੇ ਧਰਮ ਸਥਾਨਾਂ ਤੇ, ਸੁਰਤ ਉਹਨਾਂ ਦੀ ਸਿਰਫ ਮਾਇਆ ਵਿੱਚ ਹੈ। ਜਿਨ੍ਹਾਂ ਨੇ ਧਰਮ ਨੂੰ ਸਿਰਫ ਤਾਂ ਸਿਰਫ ਆਪਣੀ ਰੋਜੀ ਰੋਟੀ ਖਾਤਰ ਹੀ ਅਪਣਾਇਆ, ਉਵੇਂ ਉਹ ਧਾਰਮਿਕ ਨਹੀਂ, ਉਵੇਂ ਅੰਦਰ ਉਹਨਾਂ ਦੇ ਧਰਮ ਦੀ ਕਣੀ ਨਹੀਂ ਹੈ। ਗਿਆਨ ਵੀ ਹੋਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਤਨ ਕੰਨ ਪੜਾਏ। ਸਤਿਗੁਰੂ ਜੀ ਕਹਿੰਦੇ ਕਿ ਗਿਆਨ ਤੋਂ ਵੀ ਹੋਣੇ ਨੇ ਆਪ ਤੇ ਗੱਲਾਂ ਰੱਬ ਦੀਆਂ ਕਰਦੇ ਨੇ। ਉਵੇਂ ਅੰਦਰ ਸਿਰਫ ਤਾਂ ਸਿਰਫ ਸਵਾਰਥ ਹੈ, ਲੇਕਿਨ ਆਸਰਾ ਜਿਹੜਾ ਨਾ ਧਰਮ ਦਾ ਹੈ। ਬਾਹਰੀ ਕਿਰਤ ਨੂੰ ਛੱਡ ਕੇ ਸਿਰਫ ਤਾਂ ਸਿਰਫ ਧਰਮ ਨੂੰ ਉਹਨਾਂ ਨੇ ਰੋਟੀ ਰੋਜੀ ਦਾ ਹੀ ਸਾਧਨ ਬਣਾਇਆ ਹੋਇਆ ਹੈ।
ਸਤਿਗੁਰੂ ਸਾਹਿਬ ਜੀ ਦੂਜੇ ਬੰਨੇ ਗੱਲ ਗੁਰਮੁਖਾਂ ਦੀ ਕਰਦੇ ਨੇ ਕਿ ਗੁਰਮੁਖ ਜਿੱਥੇ ਵੀ ਰਹਿਣ, ਜੋ ਵੀ ਕਰਨ, ਕਿਰਤ ਕਰਨ, ਉਹਨਾਂ ਦੀ ਮਾਇਆ ਪਵਿੱਤਰ ਹੁੰਦੀ ਹੈ। ਸਤਿਗੁਰੂ ਜੀ ਨੇ ਸਾਨੂੰ ਜੋ ਕਿਰਤ ਦਾ ਮਾਰਗ ਦਿੱਤਾ, ਇਹ ਬੜਾ ਪਵਿੱਤਰ ਮਾਰਗ ਹੈ, ਬੜਾ ਉੱਚਾ ਮਾਰਗ ਹੈ। ਕਿਰਤ ਕਰਦਿਆਂ ਜੋ ਕੁਝ ਆਏ, ਆਪਣੀ ਦਸਾਂ ਨਵਾਂ ਦੀ ਕਿਰਤ ਕਰਦਿਆਂ, ਉਹ ਮਨੁੱਖ ਨੂੰ ਸੁੱਖ ਵੀ ਦਿੰਦਾ ਹੈ, ਉਹਦੇ ਵਿੱਚ ਆਨੰਦ ਵੀ ਮਿਲਦਾ ਹੈ। ਜਦੋਂ ਅਸੀਂ ਸਿਰਫ ਮਖੱਟੂ ਜੇ ਹੋ ਕੇ, ਹੱਡ ਹਰਾਮੀ ਜੇ ਹੋ ਕੇ, ਕੇਵਲ ਤਾਂ ਕੇਵਲ ਅਡੰਬਰ ਕਰਕੇ, ਧਰਮ ਦਾ ਦਿਖਾਵਾ ਕਰਕੇ ਆਪਣੀ ਉਦਰ ਪੂਰਤੀ ਕਰਾਂਗੇ ਨਾ, ਉਹ ਸਾਨੂੰ ਅੰਦਰੋਂ ਪਵਿੱਤਰ ਨਹੀਂ ਕਰੇਗਾ ਉਹ ਕਾਰਜ। ਲੇਕਿਨ ਜਿਹੜੀ ਗੱਲ ਸਤਿਗੁਰੂ ਜੀ ਨੇ ਕਹੀ ਸੀ ਨਾ, ਬਾਬਾ ਨਾਨਕ ਜੀ ਨੇ ਮਲਕ ਭਾਗੋ ਨੂੰ, ਕਿ ਮਲਕ ਭਾਗੋ, ਤੇਰੇ ਵਰਗਿਆਂ ਦੇ ਮਾਲ ਪੂੜੇ ਖਾ ਕੇ ਮਨੁੱਖ ਦੀ ਤੇ ਮੱਤ ਵਿਗੜ ਜਾਂਦੀ ਹੈ, ਇਹਨਾਂ 'ਚ ਗਰੀਬਾਂ ਦਾ ਖੂਨ ਹੈ। ਭਾਈ ਲਾਲੋ ਦੀ ਜਿਹੜੀ ਰੋਜੀ ਰੋਟੀ ਹੈ ਨਾ, ਇਹ ਸੱਚੀ ਸੁੱਚੀ ਕਿਰਤ ਦੀ ਦੁੱਧ ਵਾਂਗੂ ਪਵਿੱਤਰ ਹੈ, ਇਹਨੂੰ ਖਾ ਕੇ ਮਨੁੱਖ ਦੀ ਮੱਤ ਉਜਲ ਹੁੰਦੀ ਹੈ। ਹੁਣ ਜੇ ਆਪਾਂ ਨਿਕੰਮੇ ਹੋ ਕੇ ਸਿਰਫ ਲੋਕਾਂ ਦੇ ਆਸਰੇ ਤੇ ਹੀ ਰੋਜੀ ਰੋਟੀ ਚਲਾਉਣੀ ਹੈ, ਤੇ ਸਾਡੀ ਮੱਤ ਕਿੰਨੀ ਕੁ ਉਜਲ ਹੋਏਗੀ, ਪਵਿੱਤਰ ਹੋਏਗੀ, ਮੱਤ ਤੇ ਭ੍ਰਿਸ਼ਟ ਹੋਏਗੀ ਨਾ। ਪਰ ਜਿਹੜੇ ਗੁਰਮੁਖ ਜਨ ਨੇ, ਉਹਨਾਂ ਨੇ ਦੇਖ ਲਿਆ ਕਿ ਕਿਰਤ ਕਰਨਾ ਸਾਡੀ ਜ਼ਿੰਦਗੀ ਦਾ ਫਰਜ਼ ਹੈ। ਉਹ ਕਿਰਤ ਕਰਕੇ ਹੀ ਧਨ ਦੌਲਤ ਕਮਾਉਂਦੇ ਵੀ ਨੇ, ਤੇ ਫਿਰ ਉਹਦੇ ਵਿੱਚੋਂ ਉਹ ਵੰਡ ਕੇ ਛਕਦੇ ਨੇ। ਉਹਨਾਂ ਦਾ ਹਰ ਕੰਮ ਜਿਹੜਾ ਉਹ ਭਗਤੀ ਬਣ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਚਨ ਨੇ ਕਿ ਗੁਰਮੁਖ ਹੱਸੈ, ਗੁਰਮੁਖ ਰੋਵੈ, ਜੇ ਗੁਰਮੁਖ ਕਰੈ ਸਾਈ ਭਗਤ ਹੋਵੇ। ਗੁਰਮੁਖ ਜਨ ਹੱਸਣ ਤੇ ਉਹ ਵੀ ਬੰਦਗੀ ਬਣ ਜਾਂਦੀ ਹੈ, ਹੱਸਦੇ ਵੀ ਉਹ ਰੱਬ ਦੇ ਰੰਗਾਂ ਨੂੰ ਦੇਖ ਕੇ ਨੇ। ਗੁਰਮੁਖ ਜਨ ਰੋਂਦੇ ਨੇ, ਰੱਬ ਦੇ ਪਿਆਰ ਚ ਰੋਂਦੇ ਨੇ, ਵੀ ਉਹਨਾਂ ਦੀ ਬੰਦਗੀ ਬਣ ਜਾਂਦੀ ਹੈ। ਹੁਣ ਸਾਡਾ ਹਾਸਾ ਕਦੋਂ ਹੁੰਦਾ ਹੈ? ਕਿਸੇ ਦਾ ਨੁਕਸਾਨ ਹੋ ਜਾਏ, ਕਿਸੇ ਦੀ ਬੇਇੱਜ਼ਤੀ ਹੋ ਜਾਏ, ਕਿਸੇ ਨੂੰ ਨੀਵਾਂ ਦਰਸਾਉਣਾ ਹੈ ਤੇ ਅਸੀਂ ਹੱਸਦੇ ਹਾਂ, ਕਿਸੇ ਦੀ ਬੇਇੱਜ਼ਤੀ ਦੇਖ ਕੇ ਹੱਸਦੇ ਹਾਂ। ਔਰ ਰੋਣਾ ਕਦੋਂ ਹੁੰਦਾ ਹੈ? ਜਦੋਂ ਸਾਡਾ ਕੋਈ ਆਪਣਾ ਨੁਕਸਾਨ ਹੋ ਜਾਏ, ਉਦੋਂ ਅਸੀਂ ਰੋਂਦੇ ਹਾਂ। ਸਾਡਾ ਰੋਣਾ ਵੀ ਮਲੀਨ, ਸਾਡਾ ਹੱਸਣਾ ਵੀ ਮਲੀਨ। ਗੁਰਮੁਖਾਂ ਦਾ ਰੋਣਾ ਵੀ ਪਵਿੱਤਰ, ਉਹਨਾਂ ਦਾ ਹੱਸਣਾ ਵੀ ਬੰਦਗੀ ਹੈ। ਇਸ ਤਰੀਕੇ ਨਾਲ ਅਸੀਂ ਦੁਨਿਆਵੀ ਲੋਕ ਜਿਹੜੇ ਝੂਠ ਦੇ ਸਿਰ ਤੇ ਕਿਰਤ ਕਰਦੇ ਹਾਂ, ਜਾਂ ਐਵੇਂ ਕਹਿ ਲੋ ਚਲਾਕੀਆਂ ਚਤਰਾਈਆਂ ਨਾਲ ਹੀ ਆਪਣੀ ਉਦਰ ਪੂਰਤੀ ਕਰਦੇ ਹਾਂ, ਸਤਿਗੁਰੂ ਜੀ ਕਹਿੰਦੇ ਇਹ ਪਵਿੱਤਰ ਕਾਰਜ ਨਹੀਂ ਹੈ। ਜਿਹੜੇ ਗੁਰਮੁਖ ਜਨ ਨੇ ਉਹ ਕਿਰਤ ਵੀ ਕਰਦੇ ਨੇ, ਕਿਰਤ ਵਿੱਚੋਂ ਹਰ ਕੇ ਅਰਥ ਖਰਚਦੇ ਵੀ ਨੇ, ਉਹਨਾਂ ਨੂੰ ਦੂਜਿਆਂ ਨੂੰ ਦੇਣ ਵਿੱਚ ਹੀ ਸੁੱਖ ਮਿਲਦਾ ਹੈ, ਉਹਨਾਂ ਦੀ ਸਭ ਮਾਇਆ ਪਵਿੱਤਰ ਹੋ ਜਾਂਦੀ ਹੈ, ਸਫਲ ਹੋ ਜਾਂਦੀ ਹੈ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਨਾਨਕ ਭਗਤਾਂ ਹੋਰ ਚਿਤ ਨ ਆਵੇ। ਰੱਬ ਦੇ ਪਿਆਰਿਆਂ ਨੂੰ ਮਨ ਵਿੱਚ ਸਿਰਫ ਪਰਮਾਤਮਾ ਹੀ ਚੇਤੇ ਰਹਿੰਦਾ, ਉਹ ਕਿਰਤ ਵੀ ਕਰਦੇ ਨੇ। ਬਾਬਾ ਨਾਮਦੇਵ ਸਾਹਿਬ ਜੀ ਦੇ ਕਿੰਨੇ ਪਿਆਰੇ ਬਚਨ ਨੇ। ਬਾਬਾ ਕਬੀਰ ਸਾਹਿਬ ਜੀ ਦੀ ਰਚਨਾ 'ਚ ਜਦੋਂ ਭਗਤ ਲੋਚਨ ਜੀ ਕਹਿਣ ਲੱਗੇ ਕਿ ਮੈਂ ਤੇ ਸੋਚਿਆ ਸੀ ਕਿ ਤੂੰ ਰੱਬ ਦੀ ਬੰਦਗੀ ਕਰਦਾ ਹੈ, ਲੇਕਿਨ ਨਾਮਾ ਮਾਇਆ ਮੋਹਿਆ, ਕਹੈ ਤੇ ਲੋਚਨ ਮੀਤ, ਕਾਹੇ ਛਿਪੋ ਛਾਇ ਲੈ, ਰਾਮ ਨਾ ਲਾਵੋ ਚੀਤ। ਤੇ ਲੋਚਨ ਮਿੱਤਰ ਸਨ ਜਿਹੜੇ ਭਗਤ ਸਾਹਿਬ ਜੀ ਦੇ, ਉਹਨਾਂ ਨੂੰ ਕਹਿਣਗੇ ਨਾਮਦੇਵ ਤੈਨੂੰ ਤੇ ਮਾਇਆ ਨਹੀਂ ਮੋਹ ਲਿਆ, ਤੂੰ ਹਰ ਵੇਲੇ ਛਿਪੋ ਛਾਇ ਲੈ, ਤੂੰ ਆਪਣੀ ਅਮਰੀ ਠੇਕਦਾਰੀ ਨੇ, ਰੰਗਦਾਰੀ ਨੇ, ਹਰ ਵੇਲੇ ਆਪਣੇ ਕੰਮ 'ਚ ਹੀ ਲਗਾ ਰਹੀ ਨੇ। ਰਾਮ ਨਾ ਲਾਵੋ ਚੀਤ, ਤੂੰ ਰੱਬ ਵਾਲੇ ਬੰਨੇ ਆਪਣਾ ਚਿੱਤ ਨਹੀਂ ਜੋੜਦਾ। ਤੇ ਭਗਤ ਸਾਹਿਬ ਜੀ ਨੇ ਅੱਗੋਂ ਗੱਲ ਕਹੀ ਕਿ ਨਾਮਾ ਕਹੇ ਤੇ ਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਦੇਖੋ ਰਸਨਾ ਸਾਨੂੰ ਬੋਲਣ ਲਈ ਦਿੱਤੀ ਹੈ ਰੱਬ ਨੇ, ਰਸਨਾ ਨਾਲ ਰੱਬ ਨੂੰ ਚੇਤੇ ਕਰੀਏ। ਚਿੱਤ ਦਿੱਤਾ, ਸੁਰਤ ਦਿੱਤੀ ਹੈ, ਚਿੱਤ ਨਾਲ ਰੱਬ ਨੂੰ ਚੇਤੇ ਕਰੀਏ। ਹੱਥ ਜਿਹੜੇ ਨੇ ਤੇ ਕਿਰਤ ਕੀਤੀ ਸਫਲ ਹੋਣਗੇ ਨਾ। ਹੱਥ ਕੰਮ ਕਰਨ ਲਈ ਦਿੱਤੇ ਨੇ, ਹੱਥ ਵਿਹਲੇ ਬੈਠਣ ਲਈ ਨਹੀਂ ਦਿੱਤੇ। ਹੱਥ ਤਾਂ ਸਫਲ ਹੋਣਗੇ ਜੇ ਹੱਥਾਂ ਨਾਲ ਅਸੀਂ ਕਿਰਤ ਕਰਾਂਗੇ, ਕੰਮ ਕਰਾਂਗੇ, ਹੱਥ ਤੰਦਰੁਸਤ ਵੀ ਰਹਿਣਗੇ। ਪੈਰ ਦਿੱਤੇ ਨੇ ਸਾਨੂੰ ਤੁਰਨ ਦੇ ਲਈ ਦਿੱਤੇ ਨੇ। ਕੋਈ ਕਹੇ ਮੈਂ ਤੁਰਨਾ ਹੀ ਨਹੀਂ, ਮਾਲਾ ਹੀ ਫੇਰੀ ਜਾਵਾਂਗਾ, ਉਹ ਬੈਠਾ ਬੈਠਾ ਫਿਰ ਰੋਗੀ ਹੋਏਗਾ ਨਾ। ਪੈਰ ਤੁਰਨ ਲਈ ਦਿੱਤੇ ਨੇ, ਅੱਖਾਂ ਦੇਖਣ ਲਈ ਦਿੱਤੀਆਂ ਨੇ, ਰਸਨਾ ਬੁਣਨ ਲਈ ਦਿੱਤੀ ਹੈ। ਪੈਰਾਂ ਨਾਲ ਨਾ ਤੁਰਨਾ ਕੋਈ ਬੰਦਗੀ ਨਹੀਂ ਹੈ। ਕੋਈ ਕਹੇ ਜੀ ਮੈਂ ਤੁਰਦਾ ਹੀ ਨਹੀਂ, ਰੱਬ ਦੀ ਬੜੀ ਭਗਤੀ ਕਰ ਰਿਹਾ। ਹੱਥਾਂ ਨਾਲ ਕੰਮ ਨਾ ਕਰਨਾ ਕੋਈ ਰੱਬ ਦੀ ਬੰਦਗੀ ਨਹੀਂ ਹੈ। ਕੋਈ ਬੰਦਾ ਕਹੇ ਜੀ ਮੈਂ ਚੁੱਪ ਕਰਕੇ ਬੈਠਾ, ਬੋਲਣਾ ਹੀ ਨਹੀਂ। ਬੜੇ ਨੇ ਧਰਮ ਦੀ ਦੁਨੀਆ 'ਚ ਕਹਿੰਦੇ ਜੀ ਮੋਨੀ ਬਾਬਾ ਹੈ,
ਰੱਬ ਨੇ ਬੋਲਣ ਲਈ ਰਸਨਾ ਦਿੱਤੀ ਹੈ। ਜੇ ਰੱਬ ਨੇ ਸਾਨੂੰ ਭਗਤ ਬਣਾਉਣਾ ਹੁੰਦਾ ਤੇ ਸਾਨੂੰ ਜੀਭ ਹੀ ਨਾ ਦਿੰਦਾ, ਸ਼ੁਰੂ ਤੋਂ ਹੀ ਸਾਨੂੰ ਗੂੰਗੇ ਹੀ ਰੱਖਦਾ। ਪਰ ਉਹਨੇ ਸਾਨੂੰ ਇਹ ਰਸਨਾ ਬੋਲਣ ਲਈ ਦਿੱਤੀ ਹੈ। ਗੁਰਬਾਣੀ ਕਹਿੰਦੀ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਐ ਕਿਸ ਕਹੀਏ। ਜਿੰਨਾ ਚਿਰ ਦੁਨੀਆ ਤੇ ਰਹਿਣਾ ਹੈ ਕੁਝ ਕਹਿਣਾ ਵੀ ਹੈ, ਕੁਝ ਸੁਣਨਾ ਵੀ ਹੈ। ਕੰਨ ਸੁਣ ਲਈ ਦਿੱਤੇ ਨੇ, ਰਸਨਾ ਬੋਲਣ ਲਈ ਦਿੱਤੀ ਹੈ। ਤੇ ਬਾਬਾ ਨਾਮਦੇਵ ਜੀ ਕਹਿੰਦੇ ਹੱਥ ਪਾਉ ਕਰ ਕੰਮ ਸਭ, ਹੱਥ ਪੈਰ ਕੰਮ ਕਰਨ ਲਈ ਦਿੱਤੇ ਨੇ, ਇਹ ਕੋਈ ਵਿਹਲੇ ਬੈਠਣ ਲਈ। ਹੱਥਾਂ ਨਾਲ ਜੇ ਰੋਟੀ ਖਾਣੀ ਹੈ ਤੇ ਹੱਥਾਂ ਨਾਲ ਰੋਟੀ ਕਮਾਉਣ ਦੀ ਜਾਚ ਵੀ ਹੋਣੀ ਚਾਹੀਦੀ ਹੈ। ਇਸ ਕਰਕੇ ਭਗਤ ਜੀ ਕਹਿਣ ਲੱਗੇ ਚੀਤ ਨਰੰਜਨ ਨਾਲ ਚਿੱਤ ਰੱਬ ਵਾਲੇ ਬੰਨੇ ਜੋੜੋ। ਇੱਕ ਹੋਰ ਬੜਾ ਪਿਆਰਾ ਭਗਤ ਜਨਾਂ ਦਾ ਬਚਨ ਹੈ, ਜਿੱਥੇ ਭਗਤ ਜੀ ਕਹਿੰਦੇ ਆਨੀ ਲੈ ਕਾਗਦ ਕਾਟੀ ਲੈ ਗੁੱਡੀ ਆਕਾਸ਼ ਬਦੇ ਭਰਮੀ ਵਾਲੇ ਪੰਚ ਜਨਾ ਸਿਉ ਬਾਤ ਬਤਵਾਚੀ ਸੁਡੋਰੀ ਰਾਖੀ ਅਲੇ ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਭਗਤ ਜੀ ਕਹਿੰਦੇ ਮਨ ਰਾਮ ਨਾਮਾ ਬੇਦੀ ਅਲੇ, ਕਿ ਜਿਹੜਾ ਮਨ ਹੈ ਨਾ ਇਹ ਉਸ ਪਰਮਾਤਮਾ ਦੇ ਨਾਮ ਵਿੱਚ ਵਿੰਨਿਆ ਗਿਆ। ਜੈਸੇ ਕਨਕ ਕਹਿੰਦੇ ਨੇ ਸੋਨੇ ਨੂੰ, ਕਨਕ ਕਲਾ ਜਿਵੇਂ ਸੋਨੇ ਦਾ ਕੰਮ ਕਰਦਾ ਸੁਨਿਆਰਾ, ਸੁਨਿਆਰੇ ਕੋਲ ਬੈਠੋ ਨਾ ਆਪਣਾ ਕੰਮ ਵੀ ਕਰੀ ਜਾਏਗਾ, ਗੱਲਾਂ ਬਾਤਾਂ ਵੀ ਕਰੀ ਜਾਏਗਾ। ਜੈਸੇ ਕਨਕ ਕਲਾ ਚਿਤ ਮਾਂਡੀਏ ਲੈ, ਉਹ ਗੱਲਾਂ ਕਰਦਾ ਹੈ ਪਰ ਉਹਦਾ ਚਿੱਤ, ਉਹਦੀ ਸੁਰਤ ਆਪਣੇ ਕੰਮ ਵਿੱਚ ਹੈ। ਕਹਿੰਦੇ ਬਿਲਕੁਲ ਏਦਾਂ ਬੱਚਾ ਜਿਹੜਾ ਹੈ ਨਾ ਪਤੰਗ ਲਿਆਉਂਦਾ, ਗੁੱਡੀ ਲਿਆਉਂਦਾ, ਆਨੀ ਲੈ ਕਾਗਦ ਕਾਟੀ ਲੈ ਗੁੱਡੀ, ਗੁੱਡੀ ਬਣਾਉਂਦਾ ਹੈ, ਉਹ ਆਕਾਸ਼ 'ਚ ਚੜਾਉਂਦਾ ਹੈ, ਗੱਲਾਂ ਬਾਤਾਂ ਆਪਣੇ ਸਾਥੀਆਂ ਨਾਲ ਦੋਸਤਾਂ ਨਾਲ ਕਰਦਾ ਰਹਿੰਦਾ, ਪਰ ਉਹਦਾ ਧਿਆਨ ਪਤੰਗ 'ਚ ਹੀ ਹੁੰਦਾ। ਜਦੋਂ ਮਾੜੀ ਮੋਟੀ ਕਿਤੇ ਇੱਧਰੋਂ ਹੋਣ ਲੱਗਦੀ ਉਹ ਡੋਰ ਨੂੰ ਖਿੱਚ ਕੇ ਉਹਨੂੰ ਠੀਕ ਕਰ ਲੈਂਦਾ। ਇਸ ਤਰ੍ਹਾਂ ਉਦਾਹਰਨ ਦਿੱਤੀ ਹੈ ਕਿ ਗਊ ਜਿਹੜੀ ਹੈ ਉਹ ਵੱਗ ਵਿੱਚ ਬਾਹਰ ਚਰਦੀ ਹੈ, ਲੇਕਿਨ ਧਿਆਨ ਉਹਦਾ ਆਪਣੇ ਬੱਚੇ ਵਿੱਚ ਹੀ ਹੁੰਦਾ। ਮਗਰ ਪਿੰਡਾਂ ਦੇ ਵਿੱਚ ਹੁਣ ਤਾਂ ਪਿੰਡਾਂ ਦੇ ਵੀ ਮਾਹੌਲ ਬੜੇ ਬਦਲ ਗਏ ਨੇ। ਕਦੀ ਪਿੰਡਾਂ 'ਚ ਸੁਆਣੀਆਂ ਸਵੇਰੇ ਸਵੇਰੇ ਰੋਟੀ ਪਾਣੀ ਸ਼ਾਹ ਵੇਲਾ ਲੈ ਕੇ ਖੇਤਾਂ 'ਚ ਜਾਂਦੀਆਂ ਸਨ, ਖੂਹਾਂ ਤੋਂ ਪਾਣੀ ਭਰ ਕੇ ਲਿਆਉਣਾ, ਸਿਰ ਦੇ ਉੱਪਰ ਘੜੇ ਚੁੱਕੇ ਹੋਣੇ, ਕਈ ਵਾਰ ਨਾਲ ਬੱਚਾ ਵੀ ਚੁੱਕਿਆ ਹੋਣਾ। ਜੇ ਸਿਰ ਤੇ ਰੋਟੀ ਪਾਣੀ ਜਾਂ ਲੱਸੀ ਦਾ ਘੜਾ ਰੱਖਿਆ ਨਾਲ ਬੱਚੇ ਨੂੰ ਚੁੱਕ ਕੇ ਤੁਰੇ ਜਾਣਾ। ਔਰ ਸਿਰ ਦੇ ਉੱਪਰ ਘੜਾ ਵੀ ਹੈ, ਸਾਥਣਾ ਦੇ ਨਾਲ ਗੱਲਾਂ ਬਾਤਾਂ ਵੀ ਕਰੀ ਜਾਂਦੀ ਹੈ। ਉਹ ਗੱਲਾਂ ਕਰਦਿਆਂ ਧਿਆਨ ਘੜੇ 'ਚ ਹੀ ਰੱਖਦੀ ਜੋ ਸਿਰ ਤੇ ਭਾਰ ਚੁੱਕਿਆ ਹੋਇਆ ਹੈ। ਇਸੇ ਤਰੀਕੇ ਨਾਲ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਭਗਤ ਜਨ ਨੇ ਉਹ ਮਾਇਆ ਕਮਾਉਂਦੇ ਨੇ, ਉਹ ਮਿਹਨਤ ਕਰਦੇ ਨੇ, ਕਿਰਤ ਕਰਦੇ ਨੇ, ਪਰ ਕਿਰਤ ਕਰਦਿਆਂ ਨਾਨਕ ਭਗਤਾਂ ਹੋਰ ਚਿਤ ਨਾ ਆਵੇ। ਉਹਨਾਂ ਨੂੰ ਅੰਦਰ ਚਿੱਤ 'ਚ ਜਿਹੜਾ ਉਹ ਪਰਮਾਤਮਾ ਦਾ ਨਾਮ ਹੀ ਹੈ, ਚਿੱਤ ਵਿੱਚ ਹੋਰ ਕੋਈ ਚੀਜ਼ ਨਹੀਂ ਹੈ। ਜਿੱਥੋਂ ਤੱਕ ਦੁਨਿਆਵੀ ਸੁਭਾਅ ਹੈ, ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਕਬੀਰ ਚੁਗੇ ਚਿਤਾਰੇ ਵੀ ਚੁਗੇ ਚੁਗ ਚੁਗ ਚਿਤਾਰੇ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਰੇ। ਇੱਕ ਦੁਨਿਆਵੀ ਬੰਦੇ ਦਾ ਸੁਭਾਅ ਦਰਸਾਉਂਦਿਆਂ ਭਗਤ ਜੀ ਨੇ ਕੂੰਜ ਦੀ ਉਦਾਹਰਣ ਦਿੱਤੀ ਹੈ। ਕੂੰਜਾਂ ਹੁੰਦੀਆਂ ਪ੍ਰਦੇਸ਼ਾਂ ਚੋਂ, ਸਾਈਬੇਰੀਆ ਦੇ ਇਲਾਕੇ ਚੋਂ ਕਈ ਵਾਰੀ ਇੱਧਰ ਆਪਣੇ ਵੀ ਆ ਜਾਂਦੀਆਂ ਨੇ, ਔਰ ਕੂੰਜਾਂ ਜਿਹੜੀਆਂ ਪ੍ਰਦੇਸ਼ 'ਚ ਆ ਕੇ ਚੁਗਦੀਆਂ ਨੇ, ਪਰ ਧਿਆਨ ਉਹਨਾਂ ਆਪਣੇ ਬੱਚਿਆਂ 'ਚ ਜਿਹੜੀਆਂ ਪਿੱਛੇ ਛੱਡ ਹੁੰਦੀਆਂ ਨੇ ਬੱਚਿਆਂ ਨੂੰ। ਚੁਗੇ ਚਿਤਾਰੇ ਪੀ ਚੁਗੇ ਚੁਗ ਚੁਗ ਚਿਤਾਰੇ, ਚੁਗਦੀ ਹੈ ਬੱਚਿਆਂ ਨੂੰ, ਚੇਤੇ ਕਰਦੀ ਹੈ, ਵਾਰ-ਵਾਰ ਚੇਤੇ ਕਰਦੀ ਹੈ। ਜਿਵੇਂ ਕੂੰਜ ਦਾ ਮਨ ਬੱਚਿਆਂ 'ਚ ਲੱਗਿਆ, ਸਾਡਾ ਦੁਨਿਆਵੀ ਲੋਕਾਂ ਦਾ ਮਨ ਮਾਇਆ 'ਚ ਹੀ ਲੱਗਾ ਹੁੰਦਾ। ਧਰਮ ਸਥਾਨ ਤੇ ਆ ਕੇ ਵੀ ਮਾਇਆ ਸੁਰਤ ਵਿੱਚ, ਬਾਣੀ ਪੜ੍ਹਦਿਆਂ ਵੀ ਮਾਇਆ ਸੁਰਤ ਵਿੱਚ ਮਾਇਆ ਲੱਗੀ ਹੁੰਦੀ ਹੈ। ਹਰ ਕੰਮ ਕਰਦਿਆਂ ਮਾਇਆ ਵਾਲੇ ਬੰਨੇ ਸਾਡਾ ਧਿਆਨ ਲੱਗਿਆ ਹੁੰਦਾ। ਪਰ ਜਿਹੜੇ ਭਗਤ ਜਨ ਨੇ ਉਹ ਮਾਇਆ ਵਿੱਚ ਰਹਿ ਕੇ ਵੀ ਰੱਬ ਨੂੰ ਚੇਤੇ ਰੱਖਦੇ ਨੇ ਕਿ ਇਹ ਮਾਇਆ ਰੱਬ ਦੀ ਦਿੱਤੀ ਹੋਈ ਹੈ, ਇਹਨੂੰ ਆਪਾਂ ਸਫਲ ਕਰਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨਾਨਕ ਭਗਤਾਂ ਹੋਰ ਚਿਤ ਨਾ ਆਵੇ, ਹਰ ਨਾਮ ਸਮਾਇਆ। ਗੁਰੂ ਸਾਹਿਬ ਜੀ ਮਹਾਰਾਜ ਦਾ ਇੱਕ ਬਚਨ ਹੈ, ਥਿਰ ਥਿਰ ਚਿਤ ਸਿਰ ਹਾਂ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਕੋਲ ਸ਼ਾਹ ਹੁਸੈਨ ਜਿਹੜਾ ਫਕੀਰ ਸੀ ਨਾ, ਇੱਕ ਵਾਰ ਮਿਲਣ ਲਈ ਆਇਆ। ਸਤਿਗੁਰੂ ਜੀ ਉਦੋਂ ਹਰਿਮੰਦਰ ਸਾਹਿਬ ਜੀ ਦੀ ਕਾਰ ਸੇਵਾ 'ਚ ਲੱਗੇ ਸਨ। ਬੜੇ ਕੋਈ ਮਾਮੂਲੀ ਕਾਰਜ ਤਾਂ ਹੈ ਨਹੀਂ ਹੈ, ਬੜਾ ਤਗੜਾ ਕਾਰਜ ਸੀ। ਉਹਨਾਂ ਸਮਿਆਂ 'ਚ ਇਹ ਕੰਮ ਕਰਨੇ ਕੋਈ ਸੌਖੇ ਨਹੀਂ ਸਨ। ਕਾਰੀਗਰਾਂ ਨਾਲ ਕੋਈ ਜ਼ਰੂਰੀ ਗੱਲਬਾਤ ਕਰਦੇ ਸਨ। ਫਕੀਰ ਨੂੰ ਕੁਝ ਉਡੀਕਣਾ ਪਿਆ। ਫਕੀਰ ਕਹਿਣ ਲੱਗਾ ਕਿ ਸੁਣਿਆ ਸੀ ਕਿ ਇਹ ਤੇ ਬੜੇ ਵੱਡੇ ਰੱਬ ਦੇ ਭਗਤ ਨੇ, ਪਰ ਇਹਨਾਂ ਨੇ ਤੇ ਦੁਨੀਆਦਾਰੀ ਦੇ ਜੰਜਾਲ ਹੀ ਬੜੇ ਸੇੜੇ ਹੋਏ ਨੇ, ਇਹ ਰੱਬ ਦੇ ਭਗਤ ਕਿੱਥੇ ਹੋ ਸਕਦੇ ਨੇ। ਸਤਿਗੁਰੂ ਜੀ ਆ ਗਏ। ਸਤਿਗੁਰੂ ਜੀ ਨੂੰ ਵੀ ਇਹੀ ਗੱਲ ਫਕੀਰ ਨੇ ਕਿ ਜੋ ਸੁਣਿਆ ਸੀ ਉਹ ਮੈਂ ਦੇਖਿਆ ਨਹੀਂ ਹੈ।
ਸੁਣਿਆ ਤੁਸੀਂ ਭਗਤ ਹੋ ਰੱਬ ਦੇ, ਪਰ ਤੁਸੀਂ ਤੇ ਦੁਨੀਆਦਾਰਾਂ ਤੋਂ ਵੀ ਅੱਗੇ ਲੰਘ ਗਏ। ਏਡੇ ਵੱਡੇ ਵੱਡੇ ਮੰਦਿਰ ਬਣਾ ਰਹੇ ਹੋ ਤੁਸੀਂ, ਏਡਾ ਤੁਸੀਂ ਕਾਰੋਬਾਰ ਸ਼ੁਰੂ ਕੀਤਾ ਹੈ। ਤੇ ਸਤਿਗੁਰੂ ਸਾਹਿਬ ਜੀ ਨੇ ਇੱਕ ਗੱਲ ਕਹੀ, ਫਕੀਰ ਜੀ ਤੁਸੀਂ ਗੁਰੂ ਨਾਨਕ ਦੇ ਘਰ ਦੀ ਗੱਲ ਨੂੰ ਜਾਣਦੇ ਨਹੀਂ ਹੈ। ਸਿੱਧਾ ਨੇ ਵੀ ਇਹ ਕਿਹਾ ਸੀ, ਦੁਨੀਆ 'ਚ ਰਹਿ ਕੇ ਰੱਬ ਨਾਲ ਕਿਵੇਂ ਜੁੜਿਆ ਜਾਂਦਾ ਹੈ। ਤੇ ਬਾਬਾ ਜੀ ਨੇ ਕਿਹਾ ਸੀ, ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨੈਸਾਣੇ। ਜਿਵੇਂ ਕਮਲ ਮੁਰਗਾ ਜਿਹੜਾ ਹੈ ਨਾ, ਉਹ ਪਾਣੀ 'ਚ ਨਿਰਲੇਪ ਰਹਿੰਦਾ ਹੈ, ਮੁਰਗਾ ਵੀ ਪਾਣੀ ਦੇ ਵਿੱਚ ਰਹਿੰਦੀ ਹੋਈ ਵੀ ਪਾਣੀ ਤੋਂ ਅਭਿੱਜ ਰਹਿੰਦੀ ਹੈ। ਬਿਲਕੁਲ ਇਸ ਤਰ੍ਹਾਂ ਸੁਰਤ ਜਿਹੜੀ ਸ਼ਬਦ ਵਿੱਚ ਹੀ ਹੈ, ਕੰਮਕਾਰ ਕਰ ਰਹੇ ਹਾਥ ਪਾਉ ਕਰ ਕਾਮ ਸਵਚੀਤ ਨਿਰੰਜਨ ਨਾਲ। ਸਤਿਗੁਰੂ ਜੀ ਇੱਥੇ ਵੀ ਉਹ ਸੁਭਾਵ ਗੁਰਮੁਖਾਂ ਦਾ ਦਰਸਾ ਰਹੇ ਨੇ ਕਿ ਗੁਰਮੁਖ ਜਨਾਂ ਨੂੰ ਪਰਮਾਤਮਾ ਤੋਂ ਬਿਨਾਂ ਹੋਰ ਕੁਝ ਵੀ ਯਾਦ ਨਹੀਂ ਰਹਿੰਦਾ, ਉਸ ਨੂੰ ਚੇਤੇ ਰੱਖਦੇ ਨੇ। ਸਤਿਗੁਰੂ ਗੁਰੂ ਰਾਮਦਾਸ ਜੀ ਨੇ ਜਿੱਥੇ ਗੁਰਮੁਖਾਂ ਦੀ ਰੌਰੀਤ ਵਰਣਨ ਕੀਤੀ ਹੈ ਕਿ ਉਹ ਮਾਇਆ ਨੂੰ ਵਰਤਦਿਆਂ ਖਰਚਦਿਆਂ ਪਵਿੱਤਰ ਰਹਿੰਦੇ ਨੇ, ਉੱਚੇ ਉੱਠੇ ਰਹਿੰਦੇ ਨੇ, ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਜੋ ਧਰਮ ਦੀ ਦੁਨੀਆ 'ਚ ਰਹਿ ਕੇ ਜਿਨ੍ਹਾਂ ਦੀ ਸੁਰਤ ਹੀ ਮਾਇਆ 'ਚ ਰਹਿੰਦੀ ਹੈ, ਉਹਨਾਂ ਦਾ ਜ਼ਿਕਰ ਵੀ ਕੀਤਾ ਹੈ ਤੇ ਸਾਨੂੰ ਸੁਚੇਤ ਕੀਤਾ ਹੈ ਕਿ ਤਾਂ ਕਿ ਮੂਲ ਨਾ ਲੱਗੀਏ ਪਾਈ। ਇਹੋ ਜਿਹੇ ਲੋਕਾਂ ਨੂੰ ਕਦੀ ਧਾਰਮਿਕ ਨਾ ਸਮਝ ਬੈਠਣਾ, ਜਿਹੜੇ ਕੇਵਲ ਧਰਮ ਦੀ ਦੁਨੀਆ 'ਚ ਆ ਕੇ ਨਖੱਟੂ ਹੋ ਕੇ ਰੋਜੀ ਰੋਟੀ ਦੀ ਖਾਤਰ ਹੀ ਤੁਰੇ ਫਿਰਦੇ ਨੇ, ਤਾਂ ਕਿ ਮੂਲਨ ਲੱਗੀਏ ਪਾਏ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਕੇ ਇਹ ਬਚਨ ਸਾਡੇ ਹਿਰਦਿਆਂ 'ਚ ਵਸਣ ਜੀ। ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ। ਗਰੀਬ ਨਿਵਾਜ ਸਤਿਗੁਰੂ ਜੀ ਸਰਬੱਤ ਨੂੰ ਆਪਣੇ ਦਰੋਂ ਘਰੋਂ ਨਾਮ ਬਾਣੀ ਦਾ ਪਿਆਰ ਬਖਸ਼ਣ। ਪਿਆਰ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।